हेलो। वाहिगुरु एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद आद सच जुगाद सच है भी सच नानक होसी भी सच से फिर गरवासन परियारे गुरु नानक जिन सुनिया पेखिया फिर गरवासन परियारे गुरु नानक जिन सुनिया पेखिया से फिर गरवासन परियारे गुरु नानक जिन सुनिया पेखिया से फिर गरवासन परियारे गुरु नानक जिन सुनिया
ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ 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 ਸੁਣਿਆ ਪੇਖਿਆ ਸੁਣਿਆ ਪੇਖਿਆ ਸੁਣਿਆ ਵੇਖਿਆ ਸੁਣਿਆ ਵੇਖਿਆ ਸੁਣਿਆ ਪੇਖਿਆ 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 ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਕਲਾ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਅਰਾਧ ਨ ਜਾਣਾ ਰੇ ਹਰ ਹਰ ਗੁਰ ਗੁਰ ਕਰ ਧਾਰੇ ਹਰ ਜੀਉ ਨਾਮ ਪਰਿਓ ਰਾਮਦਾਸ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸਾਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਧਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿਖਾਂ ਪਿਲਾਇਆ ਸਤਨਾਮ ਬਾਲਾ ਮੰਤਰ ਸੁਣਾ ਕੇ ਕਲ ਯੁਗ ਵਾਬੇ ਤਾਰਿਆ ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਯੁਗ ਬਾਬੇ ਤਾਰਿਆ ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਯੁਗ ਬਾਬੇ ਤਾਰਿਆ ਸਤਨਾਮ ਵਾਲਾ ਮੰਤਰ
ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਬਾਬੇ ਤਾਰਿਆ। ਬਾਬਾ ਬਾਬਾ ਜੀ ਕਲ ਜੁਗ ਬਾਬੇ ਤਾਰਿਆ। ਬਾਬਾ ਬਾਬਾ ਕਲ ਜੁਗ ਬਾਬੇ ਤਾਰਿਆ। ਵਾਵਾ ਵਾਵਾ 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 ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਸਤਨਾਮ ਵਾਲਾ ਮੰਤਰ ਸੁਣਾ ਕੇ ਕਲ ਜੁਗ ਬਾਬੇ ਤਾਰਿਆ। ਵਾਹਿਗੁਰੂ 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 ਵਾਹਿਗੁਰੂ। 2 ਮਿੰਟਾਂ ਲਈ ਜੁੜੋ ਬਈ ਸਾਰੇ ਭੈਣਾਂ ਵੀਰ। ਮਨ ਨੂੰ ਇਕਾਗਰ ਕਰੋ। ਸਿਮਰਨ ਜਦੋਂ ਆਪਾਂ ਰਸਨਾ ਦੇ ਨਾਲ ਬੋਲਦੇ ਆ ਨਾ, ਮਨ ਇਕਾਗਰ ਹੋ ਜਾਂਦਾ ਹੈ, ਫੁਰਨੇ ਛੱਡ ਦਿੰਦਾ ਹੈ। ਇਸ ਕਰਕੇ 2 ਮਿੰਟ ਕਿਰਪਾ ਕਰੋ, ਸਾਰੇ ਬੋਲੋ ਵਾਹਿਗੁਰੂ 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 ਜਪੋ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚੋਏ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚੋਏ ਹੋ ਨਾਨਕ ਚੋਏ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚੋਏ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਨਾਨਕ ਚਾਹੋਏ ਹੋ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਬਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਉ ਇਹੋ ਜਿਤਨੇ ਵੀ ਆਪ ਮਾਈ ਭਾਈ ਕੰਮਾਂ ਧੰਦਿਆਂ ਤੋਂ ਵਿਹਲੇ ਹੋ ਕੇ ਗੁਰੂ ਹਜ਼ੂਰੀ ਵਿੱਚ ਪਹੁੰਚੇ ਹੋ ਆਪ ਜੀ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਅਤੇ ਕੱਲ੍ਹ ਤੋਂ ਅਖੰਡ ਪਾਠ ਪ੍ਰਕਾਸ਼ ਹਨ। ਆਓ ਸਾਡੇ ਤੋਂ ਪਹਿਲਾਂ ਆਪ ਜੀ ਗੁਰਮੁਖ ਪਿਆਰਿਆਂ ਤੋਂ ਕਥਾ ਸਰਵਣ ਕਰ ਰਹੇ ਸੀ। ਕੁਝ ਕੁ ਸਮਾਂ ਆਪਣੇ ਕੋਲ ਹੋਰ ਬਾਕੀ ਬਚਦਾ ਹੈ। 3 ਵਜੇ ਆਪਾਂ ਨੇ 3:15 ਸਮਾਪਤੀ ਕਰ ਦੇਣੀ ਹੈ। ਘੰਟਾ ਸਵਾ ਕੁ ਘੰਟਾ ਆਪਣੇ ਕੋਲ ਸਮਾਂ ਬਾਕੀ ਬਚਦਾ ਹੈ। ਪੂਰੀ ਇਕਾਗਰਤਾ ਬਣਾ ਕੇ ਆਪੋ ਆਪਣੇ ਖਿਆਲਾਂ ਨੂੰ ਮਨ ਵਿਰਤੀਆਂ ਨੂੰ ਸ਼ਬਦ ਅਤੇ ਵਿਚਾਰ ਦੇ ਨਾਲ ਜੋੜਨ ਦੀ ਖੇਚਲ ਕਰੋ। ਆਪਾਂ ਸ਼ਬਦ ਗਾਇਆ ਸੀ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ। ਜਿਨ੍ਹਾਂ ਨੇ ਵੀ ਗੁਰੂ ਨਾਨਕ ਨੂੰ ਸੁਣਿਆ ਦੇਖਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਸੇ ਫਿਰ ਗਰਵਾਸ ਨ ਭਰਿਆ ਰੇ।
ਫਿਰ ਭਾਵ ਮੁੜ ਕੇ ਦੁਆਰਾ ਗਰਭਾਸ ਕਹੀਏ ਗਰਭ ਜੂਨਾਂ ਦੇ ਵਿੱਚ ਨਹੀਂ ਫਿਰਦਾ। ਜਿਹਨੇ ਗੁਰੂ ਨਾਨਕ ਨੂੰ ਦੇਖ ਲਿਆ, ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ। ਸੁਣਿਆ ਜਾਂਦਾ ਹੈ ਕੰਨਾਂ ਦੇ ਨਾਲ ਤੇ ਦੇਖਿਆ ਜਾਂਦਾ ਹੈ ਅੱਖਾਂ ਦੇ ਨਾਲ। ਤੇ ਆਪਾਂ ਸੁਣ ਰਹੇ ਹਾਂ ਗੁਰੂ ਨਾਨਕ ਦੀ ਬਾਣੀ। ਗੁਰੂ ਨਾਨਕ ਦੀ ਬਾਣੀ ਸੁਣਨੀ, ਗੁਰੂ ਨਾਨਕ ਨੂੰ ਸੁਣਨਾ ਹੈ। ਦੇਖਣਾ ਕੀ ਹੈ? ਜੋ ਆਪਾਂ ਕਥਾ ਵਿਚਾਰ ਸਾਖੀ ਮਹਾਰਾਜ ਦੀ ਬਾਣੀ ਦੀ ਵਿਚਾਰ ਆਪਾਂ ਸੁਣ ਰਹੇ ਹਾਂ, ਜਾਂ ਕੋਈ ਇਤਿਹਾਸ ਸਾਖੀ ਸੁਣਾ ਰਿਹਾ ਕੋਈ ਗੁਰੂ ਦਾ ਪਿਆਰਾ, ਉਹ ਸਾਡੀ ਸੁਰਤ ਨੇ ਉਵੇਂ ਹੀ ਸੀਨ ਬਣਾ ਕੇ ਦੇਖਣਾ ਹੈ। ਸੁਰਤ ਦੀਆਂ ਅੱਖਾਂ ਬਣਾ ਕੇ, ਸੁਰਤ ਲੋਇਣ ਕਰੇ। ਸੁਰਤ ਦੀਆਂ ਲੋਇਣ ਅੱਖਾਂ ਨੂੰ ਕਹਿੰਦੇ ਨੇ। ਕਹਿੰਦੇ ਸੁਰਤ ਦੀਆਂ ਅੱਖਾਂ ਬਣਾ ਕੇ ਦੇਖਣਾ ਹੈ ਤੇ ਕੰਨਾਂ ਦੇ ਨਾਲ ਸੁਣਨਾ ਹੈ। ਸੁਰਤ ਦੀਆਂ ਅੱਖਾਂ, ਜਦੋਂ ਗੁਰੂ ਨਾਨਕ ਦੀ ਬਾਣੀ ਗਾਈ ਜਾਂਦੀ ਹੈ, ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਹੁੰਦੀ ਹੈ, ਜਦੋਂ ਗੁਰੂ ਨਾਨਕ ਜੀ ਦੀ ਕੋਈ ਸਾਖੀ ਉਹਨਾਂ ਦੇ ਜੀਵਨ ਦੇ ਵਿੱਚੋਂ ਅਸੀਂ ਸੁਣਦੇ ਹਾਂ, ਤੇ ਉਹ ਸੁਰਤ ਦੇ ਨਾਲ ਫਿਰ ਅਸੀਂ ਦੇਖਣਾ ਹੈ। ਜਦੋਂ ਅਸੀਂ ਕੰਨਾਂ ਨਾਲ ਸੁਣਾਂਗੇ, ਸੁਰਤ ਦੇ ਨਾਲ ਅਸੀਂ ਦੇਖਾਂਗੇ, ਤੇ ਬੁੱਧ ਦੇ ਨਾਲ ਅਸੀਂ ਨਾਲ ਨਾਲ ਵਿਚਾਰ ਕਰਦੇ ਜਾਵਾਂਗੇ। ਫਿਰ ਕੀ ਹੋਏਗਾ? ਸਾਡੇ ਹਿਰਦੇ ਵਿੱਚ ਗੁਰੂ ਨਾਨਕ ਦਾ ਪਿਆਰ ਜਮ੍ਹਾਂ ਹੋਣਾ ਸ਼ੁਰੂ ਹੋ ਜਾਏਗਾ। ਗੁਰੂ ਨਾਨਕ ਦਾ ਪ੍ਰੇਮ ਸਾਡੇ ਹਿਰਦੇ ਵਿੱਚ ਵਸਣਾ ਸ਼ੁਰੂ ਹੋ ਜਾਏਗਾ। ਬਸ ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਪ੍ਰੇਮ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਸਮਝ ਲਓ ਸਾਡਾ 552ਵਾਂ ਗੁਰਪੁਰਬ ਮਨਾਇਆ ਸਫਲਾ ਹੋ ਗਿਆ। ਗੁਰਪੁਰਬ ਤਾਂ ਹਰ ਸਾਲ ਮਨਾ ਲੈਂਦੇ ਆ, ਪਰ ਮਨ ਨੂੰ ਨਹੀਂ ਮਨਾਉਂਦੇ ਆਪਾਂ। ਗੁਰਪੁਰਬ ਤਾਂ ਗੁਰੂ ਦਾ ਮਨਾ ਲੈਂਦੇ ਆ, ਸਾਲ 'ਚ 10ਵੇਂ ਪਾਤਸ਼ਾਹ ਜੀਆਂ ਦਾ ਗੁਰਪੁਰਬ ਵੀ ਮਨਾ ਲਈਦਾ ਹੈ, ਗੁਰੂ ਨਾਨਕ ਸਾਹਿਬ ਜੀਆਂ ਦਾ ਗੁਰਪੁਰਬ ਵੀ ਮਨਾ ਲਈਦਾ ਹੈ, ਤੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਵੀ ਮਨਾ ਲਈਦਾ ਹੈ। ਸਾਹਿਬਜ਼ਾਦਿਆਂ ਨੂੰ ਵੀ ਯਾਦ ਕਰ ਲਈਦਾ ਹੈ, ਪਰ ਜਿਹਨੂੰ ਮਨਾਉਣਾ ਸੀ ਉਹ ਨਹੀਂ ਮਨਾਇਆ। ਕਿਹਨੂੰ ਮਨਾਉਣਾ ਸੀ? ਮਨ ਨੂੰ ਮਨਾਉਣਾ ਸੀ। ਮਨ ਕਹਿੰਦਾ ਮੈਂ ਸ਼ਰਾਬ ਪੀਣੀ ਹੈ, ਅਸੀਂ ਕਹੀਏ ਨਹੀਂ ਅੰਮ੍ਰਿਤ ਪੀਣਾ ਹੈ। ਮਨ ਕਹਿੰਦਾ ਚੱਲ ਨਾਈ ਦੀ ਦੁਕਾਨ ਤੇ ਕਤਲ ਕਰਾ ਕੇਸ ਦਾੜਾ, ਤੇ ਅਸੀਂ ਕਹੀਏ ਵੀ ਨਹੀਂ ਮੈਂ ਗੁਰਪੁਰਬ ਮਨਾਇਆ ਹੈ। ਮੈਂ ਹੌਲੀ ਹੌਲੀ ਕੇਸ ਰੱਖਣੇ ਨੇ, ਫਿਰ ਦਾੜਾ ਰੱਖਣਾ ਹੈ, ਫਿਰ ਮੈਂ ਅੰਮ੍ਰਿਤ ਛਕਣਾ ਹੈ, ਫਿਰ ਮੈਂ ਪੱਕਾ ਨਿਤਨੇਮੀ ਬਣਨਾ ਹੈ। ਮਨ ਨਹੀਂ ਮੰਨਦਾ, ਮਨ ਨੂੰ ਮਨਾਉਣਾ ਹੈ। ਜਦੋਂ ਅਸੀਂ ਮਨ ਨੂੰ ਮਨਾ ਲਿਆ, ਜਿੱਦਾਂ ਵੀ ਮਨ ਨੂੰ ਮਨਾ ਲਿਆ, ਚਾਹੇ ਐਸ ਗੁਰਪੁਰਬ ਤੇ ਮਨਾ ਲਓ ਤੇ ਚਾਹੇ ਅਗਲੇ ਸਾਲ ਉਦੋਂ ਅਗਲੇ ਮਨਾ ਲਈਏ, ਪਰ ਅੱਗੇ ਆਉਣ ਵਾਲੇ ਸਮੇਂ ਦਾ ਕੀ ਪਤਾ ਆਪਾਂ ਨੂੰ, ਕਦੋਂ ਸਾਹ ਪੂਰੇ ਹੋ ਜਾਣੇ ਨੇ ਸਾਡੇ। ਕਿੰਨੇ ਨੇ ਜਿਹੜੇ ਤੁਹਾਡੇ ਵਿੱਚ ਨਹੀਂ ਪਿਛਲੇ ਸਾਲ ਸਨ ਜਦੋਂ ਤੁਸੀਂ ਗੁਰਪੁਰਬ ਮਨਾਇਆ ਸੀ, ਕਿੰਨੇ ਵਿਛੜ ਗਏ, ਕਿੰਨੇ ਚਲੇ ਗਏ। ਹੁਣ ਅਗਲੇ ਸਾਲ ਨੂੰ ਗੁਰਪੁਰਬ ਆਉਣਾ ਹੈ, ਖਬਰ ਹੈ ਆਪਾਂ ਹੋਣਾ ਕਿ ਨਹੀਂ ਹੋਣਾ। ਕਬੀਰ ਕਾਲ ਕਰੰਤਾ ਅਵ ਹੈ ਕਰ, ਅਵ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਕੁਝ ਨਹੀਂ ਹੋਣਾ ਬਾਅਦ ਵਿੱਚ। ਜਦੋਂ ਕਾਲ ਆ ਗਿਆ ਨਾ, ਮੌਤ ਆ ਗਈ, ਫਿਰ ਕੁਝ ਨਹੀਂ ਹੋਣਾ। ਜਿਹੜਾ ਕੰਮ ਕੱਲ ਨੂੰ ਕਰਨਾ ਹੈ ਅੱਜ ਹੀ ਕਰ ਲੈ, ਜਿਹੜਾ ਅੱਜ ਕਰਨਾ ਹੈ ਐਸੇ ਵੇਲੇ ਕਰ ਲੈ। ਬਾਣੀ ਕਹਿੰਦੀ ਹੈ ਨਹਿ ਬਿਲੰਬੰ ਧਰਮੰ ਬਿਲੰਬੰ ਪਾਪੰ। ਕਹਿੰਦੇ ਭਾਈ ਚੰਗਾ ਜਦੋਂ ਕੰਮ ਕਰਨਾ ਹੈ ਨਾ ਕੋਈ, ਤਾਂ ਉਹਦੇ ਵਿੱਚ ਦੇਰ ਨਾ ਕਰੋ, ਚਿਰ ਨਾ ਲਾਓ, ਦੇਰ ਨਾ ਲਾਓ। ਚੰਗਾ ਕੰਮ ਜਿਹੜਾ ਕੱਲ ਨੂੰ ਕਰਨੇ ਅੱਜ ਹੀ ਕਰ ਲਓ। ਕੱਲ ਨੂੰ ਕਰਨਾ ਹੈ, ਖਬਰ ਹੈ ਅਜੇ ਵਿਚਕਾਰ ਰਾਤ ਪਈ ਹੈ, ਸਵਾਸੇ ਉਡਾਰੀ ਮਾਰ ਜਾਣ, ਭੌਰ ਨਿਕਲ ਕੇ ਦੌੜ ਜਾਏ ਸਰੀਰ ਦੇ ਵਿੱਚੋਂ। ਅੱਜ ਜਿਹੜਾ ਮਿਥ ਲਿਆ ਨਾ ਵੀ ਅੱਜ ਸ਼ਾਮ ਤੱਕ ਕਰਾਂਗੇ, ਕਹਿੰਦੇ ਹੁਣੀ ਕਰ ਲੈ। ਕਬੀਰ ਕਾਲ ਕਰੰਤਾ ਅਵਹਿ ਕਰ, ਅਵਹਿ ਕਰਤਾ ਸੋਇ ਤਾਲ। ਐਸੇ ਵੇਲੇ ਹੀ ਕਹਿੰਦੇ ਉਹ ਕੰਮ ਨੂੰ ਕਰ ਲੈ ਭਾਈ ਜਿਹੜੇ ਚੰਗਾ, ਜੇ ਤੇਰੇ ਮਨ ਵਿੱਚ ਕੋਈ ਫੁਰਨਾ ਬਣੇ, ਚੰਗਾ ਕਰਮ ਕਰਿਆ ਕਰ।
सो किन्ने वीर बजुर्ग भैणां साडियां ਜਿਹੜੇ पिछले साल अपने विच सन गुरपुरब मनाउण इस वार नहीं विछड़ गए। इस करके कहंदे ने चिर नहीं लाउणा चाहीदा, देर नहीं लाउणी चाहीदी, ये मन नूं मना लईए बस सब कुछ ही ठीक हो जाता है। जे असीं होरां पीरां फकीरां नूं मनाउंदे फिरदे आं, कदे किते मत्था टेक लो, कदे किते टेक लो, कदे किसे पीर नूं मना लो, कदे किसे नूं मना लो। जिहड़ा पीर मनाउणा सी वो तां रुस्सिया बैठा है। वो पीर किहड़ा जिहड़ा मनाउणा है? वो है मन साडा। मन बुराइयां लोचदा है, मन वकार चाहुंदा है, ते मन नूं मनाउणा सी। कहना सी मना कमलिया अपनी जून सुधार लै, अपनी जिंदगी सुधार लै। पता नहीं कदों सद्दा आ जाने वाहिगुरू दा, कदों दुनिया छड्ड जानी है। गुरपुरब हर साल मनाउने आ, पर जिन्हां ने अपना मन मना लिया उन्हां दा गुरपुरब मनाया सफला हो जाना है। इस करके गुरपुरब मनाउणा की हुंदा है? अपने मन नूं चंगे पासे लाउणा। हुण देखो जदों आपां साखी पढ़दे आ, सुणदे आ गुरु नानक साहिब जीआं दी, ते गुरु नानक जीआं ने किन्नियां दा भला कीता, किन्नियां नूं तारिया, किन्नियां दा पार उतारा कीता। चार धर्म दे पैर मन्ने ने, चार पैर धर्म दे चारे टुट चुके सन गुरु नानक जी जदों आए ने। चार पैर, चारे पैर धर्म दे, चार वर्ण एक वर्ण कराया। पहला धर्म दा पैर राजा हुंदा है, पहला धर्म दा पैर हुंदा है राजे। दूजा धर्म दा पैर हुंदा है उस धर्म दे प्रचार करन वाले प्रचारक। तीजा धर्म दा पैर हुंदा है धार्मिक अस्थान। चौथा धर्म दा पैर हुंदा है उस धार्मिक स्थानां दे सेवादार पुजारी। ये चार पैर ने धर्म दे, चारे पैर धर्म दे, चार वर्ण एक वर्ण कराया। जदों गुरु नानक पातशाह आए चारे पैर टुट चुके सन धर्म दे। राजे अन्यायी हो गए सन, ਨਿਆਂ नहीं सी दिंदे पब्लिक नूं, समाज नूं, लोकां नूं ਨਿਆਂ नहीं सन करदे। ते गुरु नानक जियां ने बाणी 'च लिखिया राजे चूली ਨਿਆਂ की, राजा ਨਿਆਂ करे। ਜਿਹੜਾ कोई गलत काम करदा है उन्हां नूं डंड लावे, ਜਿਹੜੇ कोई चंगे करदे ने उन्हां दी इज्जत, उन्हां दा सन्मान करे। सच नूं सच ते झूठ नूं झूठ आखे। ये राजे का धर्म है। भाई गुरदास जी लिखते हैं भी गुरु नानक साहब जी जदों आए ने ना, कहते इदां दा वरतारा हो गया सी संसार विच। कल आई कुत्ते मूही खाज होआ मरदार गुसाई। राजे पाप कमावंदे उल्टी बाड़ खेत कौ खाई। राजे का काम हुंदा है बाड़ वाला। बाड़ का काम की हुंदा है? ਆਪਾਂ ਪਿੰਡਾਂ ਦੇ ਨੇੜੇ ਜਿਨ੍ਹਾਂ ਦੀ ਜ਼ਮੀਨ ਲੱਗਦੀ ਹੈ ਉਹ ਪਹਿਲੇ ਸਮਿਆਂ 'ਚ ਬਾੜ ਕਰ ਦਿੰਦੇ ਸੀ। ਕੰਡਿਆਂ ਵਾਲੀਆਂ ਮੋੜੀਆਂ ਵੱਢ ਕੇ ਕੀਕਰਾਂ ਤੋਂ, ਮਲੇ ਵੱਢ ਕੇ ਝਾੜੀਆਂ ਦੇ ਬਾੜ ਕਰ ਦਿੰਦੇ ਸੀ ਤਾਂ ਕਿ ਸੁੰਨੇ ਪਸ਼ੂ ਆ ਕੇ ਜਾੜਾ ਨਾ ਕਰਨ। ਬਾੜ ਕਰ ਦਿੰਦੇ ਸਨ। ਜੇ ਬਾੜ ਹੀ ਖੇਤ ਦੀ ਰਾਖੀ ਵਾਸਤੇ ਬਣਾਈ ਹੋਈ, ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਖੇਤ ਦਾ ਕੀ ਬਣੇਗਾ? ਇਹ ਜਿਹੜੀ ਪਬਲਿਕ ਹੈ, ਜਿਹੜਾ ਸਮਾਜ ਹੈ, ਜਿਹੜੇ ਲੋਕ ਨੇ ਸਮਾਜ ਦੇ, ਇਹ ਤਾਂ ਨੇ ਖੇਤੀ। ਤੇ ਰਾਜੇ ਮੰਤਰੀ ਵਜ਼ੀਰ ਉਹ ਨੇ ਬਾੜ। ਰਾਜੇ ਦਾ, ਵਜ਼ੀਰਾਂ ਦਾ, ਮੰਤਰੀਆਂ ਦਾ ਕੰਮ ਪਬਲਿਕ ਦੀ, ਸਮਾਜ ਦੀ ਰੱਖਿਆ ਕਰਨੀ, ਮਾੜੇ ਅਨਸਰਾਂ ਤੋਂ, ਭੈੜੇ ਅਨਸਰਾਂ ਤੋਂ ਰੱਖਿਆ ਕਰਨੀ। ਪਰ ਹੋਇਆ ਕੀ? ਕਹਿੰਦੇ ਉਲਟੀ ਬਾੜ ਖੇਤ ਕੋ ਖਾਈ। ਰਾਜੇ ਪਾਪ ਕਮਾਵੰਦੇ ਉਲਟੀ ਬਾੜ ਖੇਤ ਕੋ ਖਾਈ।
ਰਾਜੇ ਜਿਹੜੇ ਸੀ ਉਹ ਪਾਪ ਕਮਾਉਣ ਲੱਗ ਗਏ, ਆਪਣਾ ਫਰਜ਼ ਭੁੱਲ ਗਏ ਵੀ ਸਾਡਾ ਫਰਜ਼ ਹੈ ਅਸੀਂ ਨਿਆਂ ਕਰੀਏ, ਅਸੀਂ ਭੈੜੇ ਅਨਸਰਾਂ ਨੂੰ ਦੰਡ ਦੇਈਏ ਤੇ ਚੰਗਿਆਂ ਦੀ ਇੱਜ਼ਤ ਮਾਣ ਸਤਿਕਾਰ ਕਰੀਏ। ਉਹ ਨਿਆਂ ਕਰਨਾ ਛੱਡ ਗਏ। ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ। ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਕੋ ਤੇ ਰਾਜੇ ਪਾਪ ਕਮਾਉਂਦੇ ਨੇ। ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ। ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ। ਉਲਟੀ ਬਾੜ ਖੇਤ ਕੋ ਖਾਵੇ ਸਾਰੇ ਬੋਲਿਆ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ। ਭੈਣਾਂ ਬੋਲੋ, ਉਲਟੀ ਬਾੜ ਖੇਤ ਕੋ ਖਾਵੇ ਰਾਜੇ। ਬੋਲੋ ਭੈਣਾਂ, ਸਾਰੇ ਬੋਲਿਆ ਕਰੋ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ। ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ। ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ। ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ। ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ। ਉਲਟੀ ਬਾੜ ਖੇਤ ਕੋ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ। ਬਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਬਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਵੰਦੇ, ਉਲਟੀ ਬਾੜ ਖੇਤ ਕੋ ਖਾਈ। ਉਲਟੀ ਬਾੜ ਖੇਤ ਨੂੰ ਖਾ ਰਹੀ ਹੈ। ਕਹਿੰਦੇ ਪਰਜਾਂ ਅੰਧੀ ਗਿਆਨ ਬਿਨ, ਜਿਹੜੇ ਪਰਜਾਂ ਦੇ ਲੋਕ ਨੇ ਕਹਿੰਦੇ ਗਿਆਨ ਦੀਆਂ ਅੱਖਾਂ ਨਹੀਂ, ਉਹਨਾਂ ਦੇ ਅੰਨੇ ਹੋਏ ਫਿਰਦੇ ਨੇ। ਸੱਚ ਝੂਠ ਜਾਇਜ਼ ਨਜਾਇਜ਼ ਦੇਖਦੇ ਹੀ ਨਹੀਂ, ਇਹ ਸੋਚਦੇ ਹੀ ਨਹੀਂ ਵੀ ਸਾਡੇ ਭਲੇ ਦੀ ਗੱਲ ਕੌਣ ਕਰਦਾ ਹੈ ਤੇ ਸਾਡੇ ਨੁਕਸਾਨ ਦੀ ਗੱਲ ਕੌਣ ਕਰਦਾ ਹੈ। ਇਹ ਸਮਝ ਹੀ ਨਹੀਂ ਲੱਗਦੀ। ਜਦੋਂ ਸਮਾਜ ਦਾ ਕੀ ਬਣ ਸਕਦਾ ਜੇ ਸ਼ਰਾਬ ਦੀਆਂ ਬੋਤਲਾਂ ਪਿੱਛੇ ਵਿਕ ਜਾਂਦੇ ਨੇ ਵੋਟਾਂ ਵੇਲੇ ਲੋਕ, ਫਿਰ ਕੌਣ ਸਮਾਜ ਦਾ ਭਲਾ ਕਰ ਸਕਦਾ, ਕੌਣ ਸਵਾਰ ਸਕਦਾ? ਸਹੀ ਗਲਤ ਨਹੀਂ ਦੇਖਦੇ। ਸਾਲ ਹੋ ਗਿਆ ਧਰਨੇ ਲੱਗਿਆਂ ਨੂੰ, ਦਿੱਲੀ ਲੱਗੇ ਨੂੰ 27 ਨਵੰਬਰ ਨੂੰ ਹੋ ਜਾਣਾ ਪੂਰਾ ਸਾਲ। ਵੈਸੇ ਤਾਂ ਅਕਤੂਬਰ ਤੋਂ ਹੀ ਧਰਨੇ ਸ਼ੁਰੂ ਹੋ ਚੁੱਕੇ ਸਨ, ਪਿਛਲੇ ਸਾਲ 2000 ਅਕਤੂਬਰ ਤੋਂ। ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਸੀ ਕਰੋਨਾ ਮਹਾਕਾਲ ਦੇ ਵਿੱਚ, ਕਿੱਡੀ ਕਾਹਲ ਪਈ ਸੀ ਮੋਦੀ ਸਰਕਾਰ ਨੂੰ ਵੀ ਜਲਦੀ ਜਲਦੀ ਛੇਤੀ ਛੇਤੀ, ਲੋਕ ਤਾਂ ਹੁਣ ਬਾਹਰ ਨਿਕਲ ਨਹੀਂ ਸਕਦੇ, ਇਹ ਕਾਨੂੰਨ ਪਾਸ ਕਰ ਦਈਏ। ਇਹ ਕੀ ਹੈ? ਇਹ ਜਾੜਾ ਪਾਉਣ ਦੇ ਵਾਸਤੇ ਸਮਾਜ ਦੇ ਵਿੱਚ, ਅਮੀਰਾਂ ਨੂੰ ਹੋਰ ਅਮੀਰ ਬਣਾਉਣ ਵਾਸਤੇ ਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਣ ਵਾਸਤੇ। ਪਰ ਸੁਣਦਾ ਕੌਣ ਹੈ?
ਕੌਣ ਸੁਣਦਾ ਹੈ? ਕਹਿੰਦੇ ਪਰਜਾ ਅੰਧੀ ਗਿਆਨ ਬਿਨ, ਪਬਲਿਕ ਦੇ ਪਰਜਿਆਂ ਦੇ ਲੋਕ ਕਹਿੰਦੇ ਗਿਆਨ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ, ਗੁਰਬਾਣੀ ਨੇ ਸੁਜਾਖਾ ਬੰਦਾ ਉਹਨੂੰ ਮੰਨਿਆ ਜਿਹਦੇ ਕੋਲੇ ਗਿਆਨ ਦੀਆਂ ਅੱਖਾਂ ਨੇ। ਜਿਹਦੇ ਕੋਲੇ ਗਿਆਨ ਦੀ ਅੱਖ ਨਹੀਂ ਹੈ, ਆਹ ਅੱਖਾਂ ਵਾਲਿਆਂ ਨੂੰ ਗੁਰਬਾਣੀ ਸੁਜਾਖੇ ਨਹੀਂ ਮੰਨਦੀ, ਅੰਨੇ ਮੰਨਦੀ ਹੈ ਗੁਰਬਾਣੀ। ਵੀ ਆਹ ਅੱਖਾਂ ਤਾਂ ਹੈ ਜਗਤ ਨੂੰ ਦੇਖਣ ਦੇ ਵਾਸਤੇ, ਗਿਆਨ ਦੀ ਅੱਖ 'ਚ ਮੋਤੀਆ ਉਤਰਿਆ ਪਿਆ, ਗਿਆਨ ਦੀ ਅੱਖ ਬੰਦ ਹੋਈ ਹੈ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਏ। ਕਹਿੰਦੇ ਉਹ ਅੰਨੇ ਨੇ, ਅੱਖਾਂ ਤਾਂ ਹੈ ਦੇਖਣ ਨੂੰ, ਪਰ ਗਿਆਨ ਦੀ ਅੱਖ ਬੰਦ ਹੋਈ ਹੈ। ਤੇ ਗਿਆਨ ਦੀ ਅੱਖ ਖੋਲਣੀ ਕਿਹਨੇ ਹੈ? ਰਾਜੇ, ਸ਼ਾਸਕ, ਮੰਤਰੀ, ਅਫਸਰਸ਼ਾਹੀ ਉਹ ਨਹੀਂ ਚਾਹੁੰਦੇ ਵੀ ਤੁਹਾਡੇ ਦਿਮਾਗ ਦੇ ਵਿੱਚ ਗਿਆਨ ਦੀ ਅੱਖ ਖੁੱਲੇ। ਉਹ ਤਾਂ ਚਾਹੁੰਦੇ ਨੇ ਬੰਦ ਰਹਿਣ ਅੱਖਾਂ ਇਹਨਾਂ ਦੀਆਂ, ਉਹ ਨਹੀਂ ਚਾਹੁੰਦੇ। ਕੌਣ ਚਾਹੁੰਦਾ ਹੈ? ਕੇਵਲ ਗੁਰੂ ਚਾਹੁੰਦਾ ਹੈ। ਗੁਰੂ ਚਾਹੁੰਦਾ ਹੈ ਵੀ ਮੇਰੇ ਸਿੱਖ ਦੀ ਗਿਆਨ ਦੀ ਅੱਖ ਖੁੱਲੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਸੰਤ ਮਤਲਬ ਗੁਰੂ ਭੇਟਿਆ। ਭੇਟਿਆ ਦਾ ਅਰਥ ਹੁੰਦਾ ਮਿਲਿਆ। ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਮਿਲਿਆ, ਤੇ ਗੁਰੂ ਨੇ ਕੀ ਕੀਤਾ? ਨਾਨਕ ਮਨ ਪ੍ਰਗਾਸ। ਕਹਿੰਦੇ ਮਨ ਦੇ ਵਿੱਚ ਪ੍ਰਗਾਸ਼ ਹੋ ਗਿਆ, ਭਾਵ ਸਮਝ ਆਉਣ ਲੱਗ ਗਈ ਸਾਡੇ ਫਾਇਦੇ ਦੀ ਗੱਲ ਕੌਣ ਕਰਦਾ ਹੈ ਤੇ ਸਾਡੇ ਨੁਕਸਾਨ ਦੀ ਕੌਣ ਕਰਦਾ ਹੈ। ਗੁਰਬਾਣੀ ਗੁਰੂ ਸਾਡੇ ਫਾਇਦੇ ਦੀ ਗੱਲ ਕਰਦੇ ਨੇ ਤੇ ਗੁਰੂ ਦੀ ਗੱਲ ਸਾਨੂੰ ਪਸੰਦ ਨਹੀਂ। ਬਾਕੀ ਰਾਜੇ ਲਾਰੇ ਲੱਪਿਆਂ ਦੇ ਵਿੱਚ 5 ਸਾਲ ਲੰਘਾ ਜਾਂਦੇ ਨੇ, ਫੇਰ ਵੱਡੇ ਵੱਡੇ ਲਾਰੇ ਲਾਉਂਦੇ ਨੇ, ਵੱਡੇ ਵੱਡੇ ਦਾਅਵੇ ਕਰਦੇ ਨੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ, ਪਰ ਹੁੰਦਾ ਕੁਝ ਨਹੀਂ। ਸਿਰਫ ਗਲੀਆਂ ਨਾਲੀਆਂ ਇਹੀ ਚੱਲਦਾ ਰਹਿੰਦਾ ਹੈ, ਇਹੀ ਚੱਲਦਾ ਰਹਿੰਦਾ ਹੈ। ਹਰ ਸਾਲ ਹਰ ਪਲੇਨ ਦੇ ਵਿੱਚ ਤੁਹਾਡੀਆਂ ਨਾਲੀਆਂ ਪੱਕੀਆਂ ਕਰਾਂਗੇ, ਤੁਹਾਡੀਆਂ ਗਲੀਆਂ 20 ਪੱਕੀਆਂ ਕਰਾਂਗੇ, ਤੁਹਾਡੀ ਫਿਰਨੀ ਪੱਕੀ ਕਰਾਂਗੇ। 60-70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਬਸ ਅਜੇ ਨਾਲੀਆਂ ਗਲੀਆਂ ਨਹੀਂ ਪੱਕੀਆਂ ਹੋਈਆਂ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖ ਹੋ ਆਲਾਈ। ਇਹ ਜਿਹੜਾ ਪਹਿਲਾ ਧਰਮ ਸੀ ਪੈਰ ਧਰਮ ਦਾ, ਉਹ ਟੁੱਟ ਚੁੱਕਿਆ ਸੀ। ਧਰਮ ਕੀ ਹੁੰਦਾ ਹੈ? ਫਰਜ਼, ਆਪਣਾ ਆਪਣਾ ਫਰਜ਼ ਨਿਭਾਉਣਾ। ਰਾਜੇ ਆਪਣਾ ਫਰਜ਼ ਛੱਡ ਗਏ ਤੇ ਦੁਨੀਆ ਦੇ ਲੋਕ ਆਪਣਾ ਫਰਜ਼ ਛੱਡ ਗਏ। ਫਰਜ਼ ਛੱਡ ਦੇਣਾ ਧਰਮ ਛੱਡਣਾ ਹੁੰਦਾ ਹੈ। ਜਿਹੜਾ ਬੰਦਾ ਜਿਹੜੀ ਜ਼ਿੰਮੇਵਾਰੀ ਹੈ, ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ, ਜ਼ਿੰਮੇਵਾਰੀ ਨਿਭਾਉਂਦਾ ਨਹੀਂ ਹੈ, ਗੁਰੂ ਨਾਨਕ ਜੀ ਉਹਨੂੰ ਕਹਿੰਦੇ ਨੇ ਵੀ ਇਸ ਬੰਦੇ ਨੇ ਧਰਮ ਛੱਡਤਾ। ਧਰਮ ਛੱਡਣਾ ਜ਼ਿੰਮੇਵਾਰੀ ਤੋਂ ਭਗੌੜਾ ਹੋਣਾ। ਸੋ ਰਾਜਿਆਂ ਦਾ ਧਰਮ ਨਿਆਂ ਕਰਨਾ ਹੈ, ਉਹ ਨਿਆਂ ਕਰਨਾ ਛੱਡ ਕੇ ਰਿਸ਼ਵਤ ਖੋਰ ਬਣ ਗਏ। ਕਾਜੀ ਹੋਏ ਰਿਸ਼ਵਤੀ, ਵਾਢੀ ਲੈ ਕੇ ਹੱਕ ਗਵਾਈ। ਅੱਜ ਕੱਲ੍ਹ ਜੱਜ ਨੇ ਕਚਹਿਰੀਆਂ ਵਿੱਚ, ਉਦੋਂ ਰਾਜਿਆਂ ਦੇ ਕਾਜੀ ਹੁੰਦੇ ਸੀ ਰੱਖੇ ਹੋਏ ਜੱਜ ਦੀ ਜਗ੍ਹਾ ਤੇ। ਰਿਸ਼ਵਤ ਲੈ ਕੇ ਝੂਠੇ ਨੂੰ ਸੱਚਾ ਕਰ ਦਿੰਦੇ, ਸੱਚੇ ਨੂੰ ਝੂਠਾ ਕਰ ਦਿੰਦੇ। ਉਹ ਕੰਮ ਅੱਜ ਵੀ ਚੱਲ ਰਿਹਾ ਇੱਦਾਂ ਹੀ। ਸੋ ਧਰਮ ਦਾ ਪਹਿਲਾ ਪੈਰ ਰਾਜੇ ਹੁੰਦੇ ਨੇ, ਉਹ ਵੀ ਆਪਣੇ ਫਰਜ਼ ਭੁੱਲ ਗਏ, ਧਰਮ ਦਾ ਪੈਰ ਟੁੱਟ ਗਿਆ। ਦੂਜਾ ਧਰਮ ਦਾ ਪੈਰ ਪ੍ਰਚਾਰਕ ਹੁੰਦੇ ਨੇ। ਪ੍ਰਚਾਰਕ ਜਿਹੜੇ ਸੀ ਉਹ ਸਹੀ ਪ੍ਰਚਾਰ ਕਰਨ ਦੀ ਬਜਾਏ ਲੋਕਾਂ ਨੂੰ ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ ਪਾਉਣ ਲੱਗ ਗਏ। ਜੇ ਕੋਈ ਬਿਮਾਰੀ ਆ ਉਹਨੂੰ ਇਹ ਨਹੀਂ ਦੱਸਣਾ ਵੀ ਭਾਈ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਇਹ ਤੋਂ ਪਰਹੇਜ਼ ਰੱਖ। ਉਹਨੂੰ ਕਹਿੰਦੇ ਲੈ ਤੈਨੂੰ ਤਾਗਾ ਕਰਕੇ ਦਿੰਨੇ ਆ, ਤੈਨੂੰ ਮੰਤਰ ਪੜ੍ਹ ਕੇ ਦਿੰਨੇ ਆ, ਤੈਨੂੰ ਪਾਣੀ 'ਚ ਫੂਕਾ ਮਾਰ ਕੇ ਦਿੰਨੇ ਆ, ਤੈਨੂੰ ਆਹ ਪੇੜਾ ਕਰਕੇ ਦਿੰਨੇ ਆ, ਤੈਨੂੰ ਆਹ ਕਰਕੇ ਦਿੰਨੇ ਆ, ਫੇਰ ਕੀ ਹੋਏਗਾ? ਤੂੰ ਠੀਕ ਹੋ ਜਾਏਗਾ। ਆਹ ਮੰਤਰ ਦਾ ਜਾਪ ਕਰੀ, ਆਹ ਮੰਤਰ ਦਾ ਜਾਪ ਕਰੀ, ਫਲਾਣੇ ਦਿਨ ਫਲਾਣੇ ਥਾਂ ਮੱਥਾ ਟੇਕੀ, ਫਲਾਣੇ ਦਿਨ ਫਲਾਣੇ ਥਾਂ ਮੱਥਾ ਟੇਕੀ।
ਜਿਹੜੇ ਧਰਮ ਦੇ ਪੁਜਾਰੀ ਜਿਨ੍ਹਾਂ ਨੇ ਸਹੀ ਸੇਧ ਦੇਣੀ ਸੀ, ਸਮਾਜ ਨੂੰ ਜਗਾਉਣਾ ਸੀ, ਤੇ ਉਹ ਖੁਦ ਆਪ ਵਹਿਮਾਂ ਭਰਮਾਂ ਦੇ ਵਿੱਚ ਵੜ ਗਏ। 3 ਸਨ ਉਸ ਵੇਲੇ ਦੇ ਪੁਜਾਰੀ, ਧਰਮ ਦਾ ਪ੍ਰਚਾਰ ਕਰਨ ਵਾਲੇ 3। ਉਹ ਕੌਣ ਸਨ? ਬ੍ਰਾਹਮਣ, ਕਾਜੀ ਤੇ ਜੋਗੀ, ਜਿਹੜੇ ਧਰਮ ਦਾ ਪ੍ਰਚਾਰ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਕਾਗਰਤਾ ਬਣਾ ਕੇ ਰੱਖੋ ਬਈ ਬੱਚਿਓ, ਬੋਲਣਾ ਨਹੀਂ, ਸੁਣਨਾ ਧਿਆਨ ਨਾਲ। 3 ਸਨ ਉਸ ਸਮੇਂ, ਕਾਜੀ, ਬ੍ਰਾਹਮਣ ਤੇ ਜੋਗੀ। ਉਹ ਤਿੰਨਾਂ ਦਾ ਵਰਣਨ ਕਰਦੇ ਨੇ ਗੁਰੂ ਨਾਨਕ ਆਪਣੇ ਸ਼ਬਦ ਵਿੱਚ, ਬਾਣੀ ਦੇ ਵਿੱਚ। ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਫੰਦ। ਕਹਿੰਦੇ ਤਿੰਨੇ ਸਮਾਜ ਦੇ ਵਿੱਚ ਉਜਾੜਾ ਪਾ ਰਹੇ ਨੇ। ਜਿਨ੍ਹਾਂ ਨੇ ਫਾਇਦਾ ਕਰਨਾ ਸੀ ਸਮਾਜ ਦਾ, ਉਹੀ ਨੁਕਸਾਨ ਕਰ ਰਹੇ ਨੇ। ਕਾਦੀ, ਕਾਦੀ ਦਾ ਮਤਲਬ ਹੈ ਕਾਜੀ, ਕੂੜ ਬੋਲ ਮਲ ਖਾਏ। ਕਚਹਿਰੀ ਭਰੀ ਕਚਹਿਰੀ ਦੇ ਵਿੱਚ ਝੂਠ ਬੋਲਦੇ ਨੇ, ਸੱਚੇ ਬੰਦੇ ਨੂੰ ਚੁੱਪ ਕਰਾਉਂਦੇ ਨੇ, ਝੂਠਿਆਂ ਦਾ ਪੱਖ ਪੂਰਦੇ ਨੇ। ਕਾਦੀ ਕੂੜ ਬੋਲ ਮਲ ਖਾਏ, ਮੈਲ ਖਾਣੀ, ਗੰਦਗੀ ਖਾਣੀ। ਝੂਠ ਬੋਲਣਾ ਕੀ ਹੈ? ਗੰਦਗੀ ਖਾਣੀ ਹੈ। ਕਹਿੰਦੇ ਮੈਲ ਖਾਣੀ ਹੈ ਝੂਠ ਬੋਲਣਾ। ਉਹ ਕੰਮ ਕਾਜੀ ਨੇ ਫੜ ਲਿਆ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ। ਬ੍ਰਾਹਮਣ ਜੀਆਂ ਘਾਏ ਦਾ ਮਤਲਬ ਹੈ ਘਾਤ ਕਰਦਾ ਜੀਵਾਂ ਦਾ। ਤੇ ਫਿਰ ਕਹਿੰਦੇ ਗੰਗਾ ਤੇ ਨਹਾ ਕੇ ਪਾਪ ਲੈ ਜਾਂਦਾ ਹੈ। ਇਦਾਂ ਨਹੀਂ ਵੀ ਤਲਵਾਰ ਨਾਲ ਵੱਢ ਦਿੰਦਾ ਸੀ, ਨਹੀਂ। ਕਈ ਕਿਸਮ ਦਾ ਘਾਤ ਹੁੰਦਾ ਕਰਨਾ, ਕਈ ਕਿਸਮ ਦਾ, ਕਈ ਪ੍ਰਕਾਰ ਦਾ। ਇੱਕ ਤਨ ਦਾ ਘਾਤ ਹੁੰਦਾ ਹੈ ਤੇ ਇੱਕ ਵਿਸ਼ਵਾਸ ਦਾ ਘਾਤ ਹੁੰਦਾ ਹੈ, ਆਪਣੇ ਫਰਜ਼ਾਂ ਦਾ ਘਾਤ ਹੁੰਦਾ ਹੈ। ਬ੍ਰਾਹਮਣ ਨਹਾਵੇ ਜੀਆਂ ਘਾਏ। ਇਦਾਂ ਕਹਿੰਦੇ ਉਹ ਧੱਕੇ ਦੇ ਨਾਲ। ਹੁਣ ਕਿਸੇ ਦਾ ਘਾਤ ਕਰਨਾ ਕੀ ਹੁੰਦਾ ਹੈ? ਕਿਸੇ ਦਾ ਮਾਸ ਖਾਣਾ ਕੀ ਹੁੰਦਾ ਹੈ? ਕਿਸੇ ਦਾ ਹੱਕ ਖਾਣਾ। ਕਿਸੇ ਦਾ ਹੱਕ ਖਾਣਾ, ਮਾਸ ਖਾਣਾ ਹੁੰਦਾ ਹੈ। ਕਿਸੇ ਬੰਦੇ ਦਾ ਕਿਵੇਂ ਨਾ ਕਿਵੇਂ ਠੱਗੀ ਠੋਰੀ ਕਰਕੇ ਉਹ ਤੋਂ ਪੈਸਾ ਲੁੱਟਣਾ। ਤੇ ਉਹਨੂੰ ਗੁਰੂ ਨਾਨਕ ਜੀ ਕਹਿੰਦੇ ਨੇ ਵੀ ਇਹ ਬੰਦਾ ਜਿਹੜਾ ਜੀਆਂ ਦਾ ਘਾਤ ਕਰਦਾ ਹੈ, ਘਾਤ ਕਰਦਾ ਹੈ। ਕਿਉਂਕਿ ਸੰਸਾਰ ਦੇ ਵਿੱਚ ਸਭ ਤੋਂ ਔਖਾ ਕੰਮ ਪੈਸਾ ਕਮਾਉਣਾ ਹੈ। ਪੈਸਾ ਕਮਾਉਣ ਵਾਸਤੇ ਸਾਡੇ ਬੱਚੇ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ। ਪੈਸਾ ਕਮਾਉਣ ਵਾਸਤੇ ਸਾਡੇ ਵੀਰ ਸਾਰੀ ਸਾਰੀ ਰਾਤ ਗੱਡੀਆਂ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਜਹਾਜ਼ ਚਲਾਉਂਦੇ ਨੇ, ਬਹੁਤ ਕੁਝ ਕਰੀਦਾ ਹੈ। ਪਰ ਉਦਾਂ ਉਸ ਬੰਦੇ ਨੂੰ ਵਹਿਮਾਂ ਦੇ ਵਿੱਚ ਪਾ ਕੇ, ਭਰਮਾਂ ਦੇ ਵਿੱਚ ਪਾ ਕੇ ਵੀ ਜੇ ਆਹ ਕੰਮ ਨਾ ਕੀਤਾ, ਇੰਨਾ ਦਾਨ ਨਾ ਕੀਤਾ, ਤੇਰਾ ਇੰਨਾ ਨੁਕਸਾਨ ਹੋ ਜਾਏਗਾ, ਤੇਰੇ ਤੇ ਗ੍ਰਹਿ ਚੜਿਆ ਹੋਇਆ ਹੈ, ਸਾੜ ਸਤੀ ਚੜੀ ਹੋਈ ਹੈ, ਆਹ ਗ੍ਰਹਿ ਤਾਂ ਲਹੇਗਾ ਜੇ ਇੰਨਾ ਦਾਨ ਕਰੋਗੇ, ਅਸੀਂ ਖੰਡ ਪਾਠ ਕਰਾਂਗੇ, ਅਸੀਂ ਹਵਨ ਕਰਾਂਗੇ, ਅਸੀਂ ਆਹ ਕਰਾਂਗੇ, ਫਿਰ ਤੁਹਾਡਾ ਗ੍ਰਹਿ ਲੱਥੇਗਾ। ਜਿਹੜੇ ਬੰਦੇ ਇਦਾਂ ਝੂਠ ਬੋਲਦੇ ਨੇ ਤੇ ਗੁਰੂ ਨਾਨਕ ਜੀ ਕਹਿੰਦੇ ਨੇ ਉਹ ਜੀਵਾਂ ਦਾ ਘਾਤ ਕਰਦੇ ਨੇ। ਬ੍ਰਾਹਮਣ ਨਹਾਵੇ ਜੀਆਂ ਘਾਏ, ਨਹਾ ਕੇ ਕਹਿੰਦਾ ਸੁੱਚਾ ਹੋ ਗਿਆ ਮੈਂ, ਜੀਵਾਂ ਦਾ ਘਾਤ ਕਰਦਾ ਹੈ। ਜੋਗੀ ਜੁਗਤ ਨਾ ਜਾਣੇ ਅੰਧ, ਤੀਜੇ ਸੀ ਜੋਗੀ। ਉਹ ਵੀ ਕਹਿੰਦੇ ਜੋਗ ਦੀ ਜੁਗਤੀ ਨਾ ਜਾਣੀ ਜੋਗੀਆਂ ਨੇ। ਜੋਗ ਦੀ ਜੁਗਤੀ, ਜੋਗ ਕੀ ਹੁੰਦਾ? ਜੁੜਨਾ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜਨ ਦਾ ਤਰੀਕਾ ਨਾ ਸਮਝਿਆ, ਸਿਰਫ ਜਟਾਂ ਵਧਾ ਲਈਆਂ, ਸਵਾਹ ਮਲ ਲਈ ਮੁਖੜੇ ਤੇ, ਘੋਰੀ ਬਣੇ ਰਹਿਣਾ, ਇਹਨੂੰ ਸਮਝ ਲਿਆ ਜੋਗ। ਪਰ ਜੋਗ ਹੁੰਦੀ ਹੈ ਮਨ ਦੀ ਅਵਸਥਾ। ਮਨ ਨੇ ਨਿਰੰਕਾਰ ਦੇ ਨਾਲ ਜੁੜਨਾ, ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜਨਾ, ਉਹ ਜੋਗ ਹੁੰਦਾ ਹੈ। ਪਰ ਬਾਹਰੋਂ ਭੇਖ ਬਣਾ ਕੇ ਜੋਗੀ ਕਹਿੰਦੇ ਅਸੀਂ ਸੱਚੇ ਜੋਗੀਆਂ, ਸਾਡੀ ਸੇਵਾ ਕਰੋ। ਗੁਰੂ ਨਾਨਕ ਜੀ ਕਹਿੰਦੇ ਤਿੰਨ ਹੀ ਜਿਹੜੇ ਧਰਮ ਦੇ ਪ੍ਰਚਾਰਕ ਸਨ,
ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਆਪਣੇ ਫਰਜ਼ਾਂ ਤੋਂ ਸੁਚੇਤ ਕਰਾਉਣਾ ਸੀ, ਜਿਨ੍ਹਾਂ ਨੇ ਜਗਾਉਣਾ ਸੀ, ਉਹ ਤਿੰਨ ਦੇ ਤਿੰਨੇ ਕਹਿੰਦੇ ਉਜਾੜਾ ਪਾ ਰਹੇ ਨੇ ਸਮਾਜ ਦੇ ਵਿੱਚ। ਤਿੰਨੇ ਉਜਾੜੇ ਕਾ ਫੰਦ। ਇੱਦਾਂ ਦੋ ਪੈਰ, ਪਹਿਲਾ ਪੈਰ ਧਰਮ ਦਾ ਰਾਜੇ ਤੇ ਦੂਜਾ ਪੈਰ ਉਸ ਧਰਮ ਦੇ ਪ੍ਰਚਾਰਕ ਹੁੰਦੇ ਨੇ। ਤੀਜਾ ਧਰਮ ਦਾ ਪੈਰ ਧਾਰਮਿਕ ਅਸਥਾਨ ਹੁੰਦੇ ਨੇ। ਉਹ ਧਾਰਮਿਕ ਅਸਥਾਨਾਂ ਤੇ ਵੀ ਧਰਮ ਨਾ ਰਹਿ ਗਿਆ। ਗੁਰੂ ਨਾਨਕ ਜੀ ਆਏ ਜਦੋਂ, ਧਾਰਮਿਕ ਅਸਥਾਨਾਂ ਤੇ ਲੋਕਾਂ ਨੂੰ ਸਹੀ ਸੇਧ ਦੇਣ ਦੀ ਬਜਾਏ ਧਾਰਮਿਕ ਅਸਥਾਨਾਂ ਤੇ ਵਿਵਚਾਰ ਹੁੰਦੇ ਨੇ, ਗਲਤ ਕੰਮ ਹੁੰਦੇ ਨੇ। ਤੇ ਉਹ ਫਿਰ ਚੌਥਾ ਧਰਮ ਦਾ ਪੈਰ ਪੂਜਾ ਕਰਨ ਵਾਲੇ, ਸੇਵਾ ਕਰਨ ਵਾਲੇ, ਉਹ ਆਪਣੇ ਕਰਮ ਧਰਮ ਤੋਂ ਥਿੜਕ ਗਏ। ਚਾਰੇ ਪੈਰ ਧਰਮ ਦੇ ਟੁੱਟ ਗਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਖਿਲਰਿਆਂ ਪੁੰਡਿਆਂ ਨੂੰ, ਟੁੱਟੇ ਹੋਏ ਚਾਰੇ ਪੈਰਾਂ ਨੂੰ, ਚਾਰ ਵਰਨ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਰਾਜਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਤਰੀਕਾ ਦੱਸਿਆ ਗੁਰੂ ਨਾਨਕ ਨੇ। ਉਹ ਤਰੀਕਾ ਕੀ ਹੈ? ਸੰਖੇਪ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਆ ਵੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਤਿੰਨ ਅਸੂਲ ਦ੍ਰਿੜ ਕਰਾਏ ਗੁਰੂ ਨਾਨਕ ਨੇ। ਬਈ ਹਰ ਵਿਅਕਤੀ ਕਿਰਤ ਕਰੇ, ਨਾਮ ਜਪੇ, ਵੰਡ ਕੇ ਛਕੇ। ਨਾਮ ਜਪਣਾ, ਨਾਮ ਜਪਣਾ ਜਿਵੇਂ ਆਪਾਂ ਜਪਦੇ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਵੀ ਨਾਮ ਜਪਣਾ ਕਹਿੰਦੇ ਨੇ। ਅਸਲ ਦੇ ਵਿੱਚ ਨਾਮ ਜਪਣਾ ਹੁੰਦਾ ਨਾਮ ਨੂੰ ਜਾਣਨਾ। ਜਿਹਦਾ ਅਸੀਂ ਨਾਮ ਜਪਦੇ ਹਾਂ ਉਹ ਸਾਡੇ ਰੋਮ ਰੋਮ ਦੇ ਵਿੱਚ ਵਸਦਾ ਹੈ, ਉਹ ਸਾਡੇ ਤੋਂ ਦੂਰ ਨਹੀਂ ਹੈ। ਉਹ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਪ੍ਰਤਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪਰਮਾਤਮਾ ਸਾਡੀ ਸੰਭਾਲ ਕਰ ਰਿਹਾ ਹੈ, ਨਿਤ ਸਾਡੀ ਪਿਰਤ ਪਾਲਣਾ ਕਰ ਰਿਹਾ ਹੈ, ਤੇ ਅਸੀਂ ਮੂਰਖਾਂ ਨੇ ਉਹਦਾ ਇੱਕ ਗੁਣ ਵੀ ਨਹੀਂ ਜਾਣਿਆ। ਜਾਣਿਆਂ ਦਾ ਅਰਥ ਹੈ ਇੱਕ ਗੁਣ ਵੀ ਸਮਝਿਆ ਨਹੀਂ। ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਕਰੋੜਾਂ ਬ੍ਰਹਮੰਡਾਂ ਦਾ ਮਾਲਕ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸੁਆਮੀ ਭਾਵ ਮਾਲਕ, ਕਰੋੜਾਂ ਬ੍ਰਹਮੰਡਾਂ ਦਾ ਮਾਲਕ। ਤੇ ਸਾਧ ਸੰਗਤ ਜੀ, ਉਹ ਜਿਹੜਾ ਕਰੋੜਾਂ ਹੀ ਬ੍ਰਹਮੰਡਾਂ ਦਾ ਮਾਲਕ ਹੈ, ਇਹਨੂੰ ਇੱਕ ਬ੍ਰਹਮੰਡ ਕਹਿੰਦੇ ਨੇ। ਆ ਧਰਤੀ, ਸਮੁੰਦਰ, ਸੂਰਜ, ਚੰਦਰਮਾ। ਆ ਇੱਕ ਸੂਰਜ ਜਿੰਨੇ ਥਾਂ ਤੇ ਰੋਸ਼ਨੀ ਕਰਦਾ ਹੈ, ਇਹ ਚੰਦਰਮਾ ਜਿੰਨੀ ਧਰਤੀ ਤੇ ਰੋਸ਼ਨੀ ਕਰਦਾ ਹੈ, ਇਹਨੂੰ ਇੱਕ ਬ੍ਰਹਮੰਡ ਕਹਿੰਦੇ ਨੇ। ਇਦਾਂ ਦੇ ਕਰੋੜਾਂ ਹੀ ਬ੍ਰਹਮੰਡ ਨੇ ਵਾਹਿਗੁਰੂ ਦੀ ਇਸ ਸ੍ਰਿਸ਼ਟੀ ਦੇ ਵਿੱਚ। ਸਾਡੀ ਇਸ ਆਕਾਸ਼ ਗੰਗਾ ਦੇ ਵਿੱਚ ਕਰੋੜਾਂ ਹੀ ਬ੍ਰਹਮੰਡ ਨੇ। ਕਰੋੜਾਂ ਬ੍ਰਹਮੰਡਾਂ ਦਾ ਮਾਲਕ ਕਿੱਥੇ ਰਹਿੰਦਾ ਹੈ? ਕੋਈ ਕਹਿੰਦਾ ਸੱਚਖੰਡ ਵਿੱਚ ਰਹਿੰਦਾ ਹੈ ਰੱਬ, ਕੋਈ ਕਹਿੰਦਾ ਸਵਰਗਾਂ ਦੇ ਵਿੱਚ ਰਹਿੰਦਾ ਹੈ, ਕੋਈ ਕਹਿੰਦਾ ਬਹਿਸ਼ਤਾਂ ਦੇ ਵਿੱਚ ਰਹਿੰਦਾ ਹੈ, ਕੋਈ ਕਹਿੰਦਾ ਵਿਕੁੰਠਾਂ ਦੇ ਵਿੱਚ ਰਹਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਇਹ ਸਾਰਾ ਭਰਮ ਦੇ ਵਿੱਚ ਪਾਉਣ ਵਾਲੀਆਂ ਗੱਲਾਂ ਨੇ। ਵਾਹਿਗੁਰੂ ਪਰਮੇਸ਼ਰ ਰਚਨਾ ਰਚਾ ਕੇ ਰਚਨਾ ਦੇ ਵਿੱਚ ਰਹਿੰਦਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਖਲਕਤ ਰੱਬ ਦੇ ਵਿੱਚ ਵਸਦੀ ਹੈ ਤੇ ਰੱਬ ਖਲਕਤ ਦੇ ਵਿੱਚ ਵਸਦਾ ਹੈ। ਪਰਮੇਸ਼ਰ ਦੇ ਵਿੱਚ ਆਪਾਂ ਰਹਿੰਦੇ ਆ ਸਾਰੇ, ਤੇ ਆਪਣੇ ਵਿੱਚ ਪਰਮੇਸ਼ਰ ਵਸਦਾ ਹੈ। ਉਹ ਆ ਸਾਡੇ ਸਾਹ ਚਲਾ ਰਿਹਾ ਹੈ। ਜਿਹੜੇ ਸਾਹ ਚੱਲ ਰਹੇ ਨੇ ਨਾ, ਉਹ ਪਰਮਾਤਮਾ ਸਾਡੇ ਅੰਦਰ, ਸਾਡੇ ਰੋਮ ਰੋਮ ਦੇ ਵਿੱਚ ਵਸਦਾ ਹੈ, ਤਾਂ ਸਾਹ ਚੱਲ ਰਹੇ ਨੇ। ਜਿੱਦਾਂ ਉਹ ਨਿਕਲ ਕੇ ਚਲਿਆ ਗਿਆ ਸਰੀਰ ਦੇ ਵਿੱਚੋਂ, ਜਿੱਦਾਂ ਰੱਬ ਜੀ ਨੇ ਸਾਡਾ ਸਾਥ ਛੱਡ ਦਿੱਤਾ, ਉਦੋਂ ਨਹੀਂ ਸਾਹ ਚਲਾ ਸਕਦਾ ਕੋਈ। ਸਾਹ ਚੱਲ ਰਿਹਾ ਹੈ, ਰੱਬ ਵਾਹਿਗੁਰੂ ਸਾਡੇ ਨਾਲ ਹੈ, ਪਰਮੇਸ਼ਰ ਨਾਲ ਹੈ ਸਾਡੇ। ਉਹਨੇ ਆ ਸਾਨੂੰ ਦੇਖਣ ਵਾਸਤੇ ਅੱਖਾਂ ਦਿੱਤੀਆਂ, ਸੁਣਨ ਵਾਸਤੇ ਕੰਨ ਲਾਏ। ਇਦਾਂ ਵਾਹਿਗੁਰੂ ਪਰਮੇਸ਼ਰ ਨਾਲ ਰਹਿੰਦਾ ਸਾਡੇ, ਪਰ ਉਹ ਸਾਨੂੰ ਨਜ਼ਰ ਨਹੀਂ ਆਉਂਦਾ, ਸਾਨੂੰ ਦਿਸਦਾ ਨਹੀਂ। ਗੁਰਬਾਣੀ ਉਸੇ ਰੱਬ ਨੂੰ ਦਿਖਾਉਂਦੀ ਹੈ ਵੀ ਦੇਖ
ਉਹ ਤਾਂ ਤੇਰੇ ਨਾਲ ਹੈ। ਉਹ ਦੂਰ ਥੋੜਾ ਹੀ ਹੈ ਪਰਮੇਸ਼ਰ ਤੇਰੇ ਤੋਂ, ਉਹ ਤਾਂ ਨਾਲ ਵਸਦਾ ਹੈ ਹਰ ਸਮੇਂ। ਉਹ ਤਾਂ ਅੰਗ ਸੰਗ ਹੈ ਤੇਰੇ, ਦੂਰ ਨਹੀਂ ਹੈ ਪਰਮੇਸ਼ਰ। ਇੱਦਾਂ ਭਾਈ ਗੁਰੂ ਨਾਨਕ ਜੀ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਨਾਲ ਰਹਿੰਦਾ ਹੈ, ਸਾਰੀ ਦੁਨੀਆ ਦੇ ਵਿੱਚ ਵਸਦਾ ਹੈ। ਉਹ ਗੁਰੂ ਘਰ ਦੇ ਵਿੱਚ ਵੀ, ਮੰਦਰ ਦੇ ਵਿੱਚ ਵੀ ਹੈ, ਮਸਜਿਦ ਦੇ ਵਿੱਚ ਵੀ ਹੈ, ਤੇਰੇ ਘਰ ਵਿੱਚ ਵੀ ਹੈ, ਤੇਰੇ ਖੇਤ ਵਿੱਚ ਵੀ ਹੈ, ਤੇਰੇ ਬਾਥਰੂਮ ਦੇ ਵਿੱਚ ਵੀ ਹੈ। ਸਾਰੀ ਧਰਤੀ ਤੇ ਪਰਮਾਤਮਾ ਦਾ ਵਾਸ ਹੈ। ਆ ਜਿਹੜੇ ਧਾਰਮਿਕ ਅਸਥਾਨ ਨੇ, ਗੁਰਦੁਆਰਾ, ਮੰਦਰ, ਮਸਜਿਦ, ਇਹ ਨੇ ਸਕੂਲ ਇਸ ਧਰਮ ਦੀ ਸੱਚੇ ਰੱਬ ਦਾ ਗਿਆਨ ਦੇਣ ਵਾਲੇ। ਅਸੀਂ ਇਹ ਸਮਝਣਾ ਹੈ ਕਿ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਸਾਡੇ ਘਰੇ ਵੀ ਵਸਦਾ ਹੈ, ਗੁਰਦੁਆਰੇ ਵੀ, ਮੰਦਰ ਮਸਜਿਦ ਦੇ ਵਿੱਚ ਵੀ ਰਹਿੰਦਾ ਹੈ। ਪਰ ਮੈਂ ਗੁਰਦੁਆਰੇ ਤਾਂ ਸਿੱਖਿਆ ਲੈਣ ਜਾਣਾ ਹੈ, ਗੁਰਦੁਆਰੇ ਗੁਰਮਤ ਦੀ ਪੜ੍ਹਾਈ ਕਰਨ ਜਾਣਾ ਹੈ। ਜਿਵੇਂ ਬੱਚੇ ਨਹੀਂ ਹਰ ਰੋਜ਼ ਸਕੂਲ ਜਾਂਦੇ ਪੜ੍ਹਾਈ ਕਰਨ ਦੇ ਵਾਸਤੇ, ਤੇ ਆ ਗੁਰੂ ਘਰ ਹੈ ਸਕੂਲ, ਮੰਦਰ ਮਸੀਤ ਹੈ ਸਕੂਲ, ਜਿੱਥੇ ਆ ਕੇ ਅਸੀਂ ਨੇ ਧਰਮ ਦੀ ਪੜ੍ਹਾਈ ਕਰਨੀ ਹੈ, ਜ਼ਿੰਦਗੀ ਜਿਉਣ ਦੀ ਪੜ੍ਹਾਈ ਕਰਨੀ ਹੈ, ਜ਼ਿੰਦਗੀ ਜਿਉਣੀ ਸਿੱਖਣੀ ਹੈ। ਅਸੀਂ ਨੇ ਜਿੱਥੇ ਆ ਕੇ ਅਸੀਂ ਨੇ ਸਿੱਖਣੀ ਹੈ ਜ਼ਿੰਦਗੀ ਜਿਉਣੀ। ਸੁਣ ਰਹੇ ਸੀ ਆਪਾਂ ਗੁਰੂ ਨਾਨਕ ਜੀ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਰਹਿੰਦੇ ਸੀ। ਗੁਰੂ ਨਾਨਕ ਜੀ ਦਾ ਜਨਮ 1469 ਈਸਵੀ, ਰਾਏ ਭੋਇ ਦੀ ਤਲਵੰਡੀ, ਮਾਤਾ ਤ੍ਰਿਪਤਾ, ਪਿਤਾ ਬਾਬਾ ਕਲਿਆਣ ਦਾਸ ਜੀ ਦੇ ਘਰ 1469 ਨੂੰ ਹੋਇਆ ਸੀ। ਤੇ ਸਾਧ ਸੰਗਤ ਜੀ, ਮਹਾਰਾਜ ਤੋਂ ਵੱਡੀ ਭੈਣ ਸੀ ਬੇਬੇ ਨਾਨਕੀ। ਜਦੋਂ ਬੇਬੇ ਨਾਨਕੀ ਦਾ ਵਿਆਹ ਹੋਇਆ, ਉਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਾ ਸੀ ਭਾਈ ਜੈ ਰਾਮ ਜੀ, ਨਵਾਬ ਦਾ, ਉੱਥੇ ਦੇ ਨਵਾਬ ਦਾ ਦੀਵਾਨ ਸੀ, ਬਹੁਤ ਵੱਡੇ ਅਹੁਦੇ ਤੇ ਸੀ ਜੈ ਰਾਮ। ਜੈ ਰਾਮ ਨੂੰ ਬੇਬੇ ਨਾਨਕੀ ਵਿਆਹੀ ਹੋਈ ਸੀ। ਫਿਰ ਗੁਰੂ ਨਾਨਕ ਜੀ ਦਾ ਜਦੋਂ ਵਿਆਹ ਹੋਇਆ, ਗੁਰੂ ਨਾਨਕ ਜੀ ਦੇ ਸਹੁਰਾ ਨਗਰ ਸੀ ਬਟਾਲੇ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਬਟਾਲਾ ਪਿੰਡ। ਤੇ ਮਹਾਰਾਜ ਦੇ ਘਰ ਵਾਲੀ ਦਾ ਨਾਂ ਸੀ ਸੁਲੱਖਣੀ। ਆਪਾਂ ਸਤਿਕਾਰ ਵਜੋਂ ਮਾਤਾ ਸੁਲੱਖਣੀ ਕਹਿੰਦੇ ਆ। ਗੁਰੂ ਨਾਨਕ ਜੀ ਦੇ ਪਿਤਾ ਜੀ ਵੀ ਪਟਵਾਰੀ ਲੱਗੇ ਹੋਏ ਸਨ। ਮਾਤਾ ਸੁਲੱਖਣੀ ਦੇ ਪਿਤਾ, ਉਹ ਵੀ ਪਟਵਾਰੀ ਦੀ ਨੌਕਰੀ ਕਰਦੇ ਸਨ। ਮੂਲਾ ਜੀ, ਚੋਣਾ ਮੂਲਾ, ਚੋਣਾ ਗੋਤ ਸੀ, ਮੂਲਾ ਜੀ ਨਾਂ ਸੀ ਉਹਨਾਂ ਦਾ, ਉਹ ਵੀ ਨੌਕਰੀ ਪਟਵਾਰੀ ਦੀ ਕਰਦੇ ਸਨ। ਤੇ ਗੁਰੂ ਨਾਨਕ ਜੀ ਦੇ ਪਿਤਾ ਵੀ ਪਟਵਾਰੀ ਦੀ ਨੌਕਰੀ ਕਰਦੇ ਸਨ। ਫਿਰ ਦੋ ਬੱਚਿਆਂ ਦਾ ਜਨਮ ਹੋਇਆ, ਸ੍ਰੀ ਚੰਦ ਜੀ, ਲਖਮੀ ਚੰਦ ਜੀ, ਦੋ ਪੁੱਤਰਾਂ ਦਾ ਜਨਮ ਹੋਇਆ। ਫਿਰ ਗੁਰੂ ਨਾਨਕ ਜੀ, ਸਾਧ ਸੰਗਤ ਜੀ, ਨੌਕਰੀ ਕਰਨ ਦੇ ਵਾਸਤੇ ਜੈ ਰਾਮ ਨੇ, ਬੇਬੇ ਨਾਨਕੀ ਨੇ ਆਖਿਆ ਵੀ ਸਾਡੇ ਨਾਲ ਚੱਲੋ ਤੁਸੀਂ ਸੁਲਤਾਨਪੁਰ। ਰਾਏ ਭੋਏ ਪਿੰਡ ਤਾਂ ਕੋਈ ਬਹੁਤਾ ਵੱਡਾ ਨਹੀਂ ਸੀ। ਇਹ ਜਿਹੜਾ ਸੁਲਤਾਨਪੁਰ ਲੋਧੀ ਪਿੰਡ ਸੀ, ਇਹ ਬਹੁਤ ਉਸ ਸਮੇਂ ਵੱਡਾ ਸ਼ਹਿਰ ਸੀ, ਬਹੁਤ ਵੱਡਾ ਸ਼ਹਿਰ ਸੀ। ਲਾਹੌਰ ਨੂੰ ਜਿਹੜਾ ਰੋਡ ਜਾਂਦਾ ਸੀ ਨਾ, ਸੜਕ, ਉਹ ਸੁਲਤਾਨਪੁਰ ਲੋਧੀ ਵਿੱਚ ਦੀ ਜਾਂਦਾ ਸੀ ਉਸ ਸਮੇਂ। ਦੁਆਬੇ ਦੇ ਵਿੱਚ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਹੈ ਦੁਆਬੇ ਦੇ ਵਿੱਚ ਸੁਲਤਾਨਪੁਰ। ਗੁਰੂ ਨਾਨਕ ਜੀ ਨੂੰ ਭੈਣ ਨੇ ਆਖਿਆ, ਭਣੋਈਏ ਨੇ ਆਖਿਆ ਵੀ ਸਾਡੇ ਨਾਲ ਚੱਲੋ, ਉੱਥੇ ਅਸੀਂ, ਸਾਡੇ ਇੱਕ ਪੋਸਟ ਖਾਲੀ ਹੈ, ਪੋਸਟ ਖਾਲੀ ਹੈ, ਮੋਦੀ ਕੋਈ ਇਮਾਨਦਾਰ ਨਹੀਂ ਮਿਲ ਰਿਹਾ, ਕੋਈ ਚੰਗਾ ਬੰਦਾ ਨਹੀਂ ਮਿਲ ਰਿਹਾ। ਨਵਾਬ ਦੇ ਕੋਲੇ ਬੜੇ ਆਉਂਦੇ ਨੇ, ਦੌਲਤ ਖਾਨ ਦੇ ਕੋਲੇ, ਸਾਨੂੰ ਰੱਖੋ, ਬੜੀਆਂ ਫਰਮਾਇਸ਼ਾਂ ਲੈ ਕੇ ਆਉਂਦੇ ਨੇ, ਸਾਡਾ ਬੰਦਾ ਰੱਖੋ, ਸਾਡਾ ਬੰਦਾ ਰੱਖੋ। ਦੌਲਤ ਖਾਨ ਉਹ ਲੱਭ ਰਿਹਾ ਸੀ ਵੀ ਪੂਰਾ ਇਮਾਨਦਾਰ ਬੰਦਾ ਹੋਵੇ। ਇਹ ਮੋਦੀ ਖਾਨਾ ਕੋਈ ਛੋਟਾ ਕੰਮ ਨਹੀਂ ਸੀ ਉਸ ਸਮੇਂ। ਫੂਡ ਸਪਲਾਈ ਮਹਿਕਮਾ, ਜਿੱਥੇ ਬਹੁਤ ਇਮਾਨਦਾਰੀ ਦੀ ਲੋੜ ਹੈ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਆਪਾਂ ਡੀਪੂ ਕਹਿ ਦਿੰਦੇ ਆ, ਤੇ ਉਸ ਸਮੇਂ ਮੋਦੀ ਖਾਨਾ ਕਿਹਾ ਜਾਂਦਾ ਸੀ। ਸਰਕਾਰੀ ਰੇਟਾਂ ਤੇ ਸਸਤੇ ਰੇਟਾਂ ਤੇ ਉਹ ਸੌਦਾ ਦਿੱਤਾ ਜਾਂਦਾ ਸੀ ਲੋਕਾਂ ਨੂੰ।
ਤੇ ਗੁਰੂ ਨਾਨਕ ਜੀਆਂ ਨੂੰ ਫਿਰ ਜੈ ਰਾਮ ਜੀ ਨੇ ਆਖਿਆ ਵੀ ਆਓ ਤੁਹਾਨੂੰ ਉਸ ਪੋਸਟ ਤੇ ਨੌਕਰੀ ਤੇ ਲਵਾਵਾਂਗੇ। ਬਹੁਤ ਸਾਰੇ ਬੰਦੇ ਅੱਗੇ ਤੁਹਾਡੇ ਕੰਮ ਕਰਨਗੇ ਤੇ ਤੁਸੀਂ ਤਾਂ ਸਿਰਫ ਹਿਸਾਬ ਕਿਤਾਬ ਰੱਖਣਾ ਹੈ, ਸਿਰਫ ਹਿਸਾਬ ਕਿਤਾਬ ਰੱਖਣਾ ਤੁਸੀਂ ਤਾਂ। ਆਲੇ ਦੁਆਲੇ ਦੇ ਪਿੰਡਾਂ ਦੀ ਜਿੰਨੀ ਜਿਣਸ ਹੁੰਦੀ ਹੈ ਉਹ ਖਰੀਦਣੀ, ਸਾਂਭ ਕੇ ਰੱਖਣਾ ਸਟੋਰ ਕਰਕੇ। ਫਿਰ ਜਿਉਂ-ਜਿਉਂ ਲੋਕੀ ਆਉਂਦੇ ਨੇ ਉਹਨਾਂ ਨੂੰ ਉਹ ਚੀਜ਼ਾਂ ਦੇਣੀਆਂ। ਉਹਨਾਂ ਵੇਲਿਆਂ 'ਚ ਪੈਸਾ ਤਾਂ ਘੱਟੇ ਚੱਲਦਾ ਸੀ, ਅਨਾਜ ਦੇ ਬਦਲੇ ਹੀ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਇਹ ਤਾਂ ਹੁਣ ਆਪਾਂ ਦੇਖਦੇ ਰਹੇ ਹਾਂ, ਸਬਜ਼ੀ ਵਾਲਾ ਦਾਣਿਆਂ ਦੇ ਬਰਾਬਰ ਸਬਜ਼ੀ ਦਿੰਦਾ ਸੀ, ਸਾਰੀਆਂ ਚੀਜ਼ਾਂ ਦਾਣਿਆਂ ਦੇ ਬਰਾਬਰ ਆਪਾਂ ਲਿਆ ਕਰਦੇ ਸਾਂ। ਤੇ ਇਹ ਤਾਂ ਸਵਾ 500 ਸਾਲ ਦੀ ਗੱਲ ਹੈ ਜਦੋਂ ਦੀ ਗੱਲ ਕਰਦੇ ਹਾਂ। ਪੈਸਾ ਕਿਹੜਾ ਹੁੰਦਾ ਸੀ ਉਦੋਂ? ਬਸ ਅਨਾਜ ਦੇ ਬਦਲੇ ਚੀਜ਼ਾਂ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਜੋਖ ਕੇ। ਸੋ ਗੁਰੂ ਨਾਨਕ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਏ ਜੈ ਰਾਮ ਜੀ। ਜਦੋਂ ਜਾ ਕੇ ਦੌਲਤ ਖਾਨ ਜਿਹੜਾ ਨਵਾਬ ਸੀ ਸੁਲਤਾਨਪੁਰ ਦਾ, ਉਹਨੂੰ ਕਹਿੰਦੇ ਜੀ ਇਹ ਰਿਸ਼ਤੇਦਾਰ ਨੇ ਸਾਡੇ ਨਾਨਕ ਜੀ, ਇਹ ਬਹੁਤ ਇਮਾਨਦਾਰ ਨੇ, ਸੱਚੇ ਸੁੱਚੇ ਨੇ, ਕਿਸੇ ਗਰੀਬ ਦਾ ਹੱਕ ਨਹੀਂ ਇਹ ਖਾਂਦੇ, ਇਸ ਡਿਊਟੀ ਦੇ ਯੋਗ ਨੇ। ਦੌਲਤ ਖਾਨ ਜੀ ਇਹਨਾਂ ਨੂੰ ਤੁਸੀਂ ਇਹ ਡਿਊਟੀ ਨੌਕਰੀ ਦਿਓ। ਦੌਲਤ ਖਾਨ ਨੇ ਆਖਿਆ ਜੈ ਰਾਮ ਜ਼ਿੰਮੇਵਾਰੀ ਤੇਰੀ ਹੋਏਗੀ। ਜੈ ਰਾਮ ਜੀ ਕਹਿੰਦੇ ਹਾਂ ਜੀ ਮੈਂ ਪੂਰੀ ਜ਼ਿੰਮੇਵਾਰੀ ਲੈਣਾ, ਇਹ ਮੇਰੇ ਰਿਸ਼ਤੇਦਾਰ ਨੇ, ਇਹ ਨਾਨਕੀ ਜੀ ਦੇ ਭਰਾ ਨੇ, ਪੂਰੀ ਇਮਾਨਦਾਰੀ ਦੇ ਨਾਲ ਡਿਊਟੀ ਕਰਨਗੇ। ਉੱਥੇ ਲਿਖ ਲਿਖਾਓ ਹੋ ਗਿਆ, ਸਾਰਾ ਸਭ ਕੁਝ ਕਰਕੇ ਤੇ ਗੁਰੂ ਨਾਨਕ ਜੀ ਨੂੰ ਕਹਿੰਦੇ ਹੁਣ ਤੁਸੀਂ ਫਿਰ ਇਹ ਕੰਮ ਕਰੋ ਡਿਊਟੀ। ਨਾਨਕ ਜੀ ਪੂਰਾ ਸਾਵਧਾਨੀ ਦੇ ਨਾਲ ਕੰਮ ਕਰਨਾ, ਧਿਆਨ ਨਾਲ ਕੰਮ ਕਰਨਾ। ਤੇ ਗੁਰੂ ਨਾਨਕ ਜੀ ਸੱਚੇ ਪਾਤਸ਼ਾਹ ਤੋਂ ਵੱਡਾ ਇਮਾਨਦਾਰ ਕੌਣ ਹੋ ਸਕਦਾ ਹੈ? ਗੁਰੂ ਨਾਨਕ ਤੋਂ ਵੱਡਾ ਇਮਾਨਦਾਰ ਕਿਰਤੀ ਕੌਣ ਹੋ ਸਕਦਾ ਹੈ? ਕਿਤੇ ਹੱਟ ਪਾ ਕੇ ਹਟਬਾਣੀਆਂ ਬਣ ਕੇ ਹੱਟ ਕਰਨੀ ਸਿਖਾਉਂਦੇ ਨੇ, ਕਿਤੇ ਮੱਝਾਂ ਦੇ ਛੇੜੂ ਬਣ ਕੇ ਮੱਝਾਂ ਚਾਰਨ ਜਾਂਦੇ ਨੇ, ਕਿਤੇ ਸਾਧ ਸੰਗਤ ਜੀ ਆਪਦੇ ਹੱਥੀਂ ਹਲ ਵਾਹ ਕੇ ਖੇਤੀ ਕਰਨੀ ਸਿਖਾਉਂਦੇ ਨੇ। ਕਿਹੜਾ ਕੰਮ ਹੈ ਜਿਹੜਾ ਗੁਰੂ ਨਾਨਕ ਜੀ ਨੇ ਨਹੀਂ ਸਿਖਾਇਆ ਸਾਨੂੰ? ਆ ਪੜ੍ਹੀਏ ਨਾ ਗੁਰਬਾਣੀ ਤਾਂ ਪਤਾ ਲੱਗੇ ਸਾਨੂੰ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੋ ਆਪਾਂ ਵਿਸਥਾਰ ਵਿੱਚ ਨਾ ਜਾਈਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨੇ ਦੀ ਡਿਊਟੀ ਸੰਭਾਲ ਲਈ। ਸਵੇਰੇ 3 ਵਜੇ ਉੱਠਦੇ ਨੇ। ਸੁਲਤਾਨਪੁਰ ਲੋਧੀ ਦੇ ਨਾਲ ਨਦੀ ਵਗਦੀ ਹੈ ਬੇਈ ਨਦੀ। ਉਸ ਬੇਈ ਨਦੀ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ। ਦਿਨ ਚੜ੍ਹੇ ਤੱਕ ਬੇਈ ਨਦੀ ਦੇ ਕਿਨਾਰੇ ਚੌਂਕੜਾ ਲਾ ਕੇ ਬਹਿੰਦੇ ਨੇ, ਸਿਮਰਨ ਦੇ ਵਿੱਚ ਜੁੜਦੇ ਨੇ, ਆਪਣੇ ਮਾਲਕ ਨੂੰ ਯਾਦ ਕਰਦੇ ਨੇ। ਭਾਵੇਂ ਮਾਲਕ ਹਰ ਸਮੇਂ ਹੀ ਯਾਦ ਰਹਿੰਦਾ ਸੀ ਉਹਨਾਂ ਦੇ, ਪਰ ਸਾਨੂੰ ਉਹਨਾਂ ਨੇ ਸਿਖਾਉਣਾ ਸੀ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਇਦਾਂ ਕਰਨੀ ਹੈ। ਦਿਨ ਚੜ੍ਹੇ ਘਰੇ ਆ ਜਾਂਦੇ। ਆਪਣਾ ਵੱਖਰਾ ਘਰ ਲੈ ਲਿਆ ਸੀ ਫਿਰ ਮਹਾਰਾਜ ਨੇ, ਕਿਉਂਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਆਉਣਾ ਸੀ। ਕੁਝ ਕੁ ਦਿਨ ਬੇਬੇ ਨਾਨਕੀ ਦੇ ਘਰ ਰਹਿੰਦੇ ਰਹੇ। ਜਦੋਂ ਆਏ ਨੇ, ਜਦੋਂ ਨੌਕਰੀ ਮਿਲਣ ਲੱਗ ਗਈ, ਕੰਮ ਵਧੀਆ ਚੱਲ ਪਿਆ ਮੋਦੀਖਾਨੇ ਦਾ, ਫਿਰ ਆਪਣਾ ਘਰ ਲੈ ਕੇ ਉੱਥੇ ਆਪਣੇ ਘਰ ਵਾਲੀ ਮਾਤਾ ਸੁਲੱਖਣੀ ਨੂੰ, ਆਪਣੇ ਬੇਟਿਆਂ ਨੂੰ ਸੱਦ ਲਿਆ। ਸੋ ਦਿਨ ਚੜ੍ਹੇ ਆਪਣੇ ਘਰ ਵਿੱਚ ਆ ਜਾਂਦੇ ਨੇ, ਰੋਟੀ ਪਾਣੀ ਛਕ ਕੇ ਪ੍ਰਸ਼ਾਦਾ ਪਾਣੀ, ਫਿਰ ਆਪਣੇ ਕੰਮ ਤੇ ਚਲੇ ਜਾਂਦੇ ਨੇ। ਬਹੁਤ ਵੱਡਾ ਮੋਦੀਖਾਨਾ ਸੀ ਤੇ ਇੰਨਾ ਖੁੱਲੇ ਹੱਥ ਦੇ ਨਾਲ ਜੋਖਿਆ ਕਰਦੇ ਸਨ। ਨੌਕਰਾਂ ਨੇ ਇਦਾਂ ਵਸਤੂਆਂ ਲਿਆਈ ਜਾਣੀਆਂ ਤੇ ਆਪਣੀ ਨਿਗਰਾਨੀ ਦੇ ਵਿੱਚ ਦਿਖਾਉਣੀਆਂ। 2 ਮਾਸੇ ਵੱਧ ਵਸਤੂ ਪਾਉਣੀ। ਬਾਕੀ ਜਿਹੜੇ ਆਏ ਸੀ ਪਹਿਲਾਂ, ਜਿੰਨੇ ਵੀ ਆਏ ਸੀ ਇਸ ਡਿਊਟੀ ਤੇ, ਉਹਨਾਂ ਨੇ ਗਰੀਬਾਂ ਦੇ ਸਾਧ ਸੰਗਤ ਜੀ ਹੱਕ ਮਾਰਨੇ, ਘੱਟ ਵਸਤੂ ਦੇਣੀ, ਪੈਸੇ ਵੱਧ ਲੈਣੇ।
ਤੇ ਗੁਰੂ ਨਾਨਕ ਜੀ ਨੇ ਜਿੰਨੇ ਪੈਸੇ ਦੇਣੇ ਉਦੋਂ ਝੁਕਵੀਂ ਵਸਤੂ ਪਾਉਣੀ। ਕਈ ਲੋੜਵੰਦ ਇੱਦਾਂ ਦੇ ਗਰੀਬ ਆ ਜਾਂਦੇ, ਮਹਾਰਾਜ ਭੁੱਖ ਲੱਗੀ ਆ, ਖਾਣਾ ਕੁਝ ਨਹੀਂ ਦੇਣ ਨੂੰ, ਬੁੱਕ ਆਟਾ ਕਿਲੋ ਆਟਾ ਲੈ ਭਾਈ, ਲੈ ਜਾ ਖਾ ਲੈ ਪਕਾ ਕੇ। ਇੱਦਾਂ ਦਾ ਮਹਾਰਾਜ ਨੇ ਇੰਨੇ ਖੁੱਲੇ ਹੱਥ ਦੇ ਨਾਲ ਮੋਦੀ ਖਾਨੇ ਦੇ ਵਿੱਚ, ਕਿਉਂਕਿ ਗੁਰੂ ਨਾਨਕ ਜੀ ਦਾ ਨਿਸ਼ਚੈ ਹੈ, ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ। ਜਦੋਂ ਵਾਹਿਗੁਰੂ ਯਾਦ ਹੁੰਦਾ ਹੈ, ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਪਰਮੇਸ਼ਰ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਕੰਮ ਕਰਦੇ ਹਾਂ, ਕਿਸੇ ਨੂੰ ਖਾਣ ਨੂੰ ਦਿੰਦੇ ਹਾਂ, ਤਾਂ ਗੁਰੂ ਨਾਨਕ ਜੀ ਕਹਿੰਦੇ ਤੋਟ ਨਹੀਂ ਆਉਂਦੀ। ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਜਦੋਂ ਪਿਆਰ ਨਾਲ ਰਲ ਮਿਲ ਕੇ ਖਾਵਾਂਗੇ, ਖਾਦਿਆਂ ਖਰਚਿਆਂ ਕਹਿੰਦੇ ਮੁੱਕਦਾ ਨਹੀਂ ਹੁੰਦਾ ਧਨ, ਖਾਦਿਆਂ ਖਰਚਿਆਂ ਮੁੱਕਦਾ ਨਹੀਂ। ਮੁੱਕਦਾ ਕਦੋਂ ਹੈ? ਜਦੋਂ ਬੰਦੇ ਦੀ ਸੋਚ ਸੌੜੀ ਹੁੰਦੀ ਹੈ, ਉਦੋਂ ਮੁੱਕਦਾ ਹੈ। ਜਦੋਂ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਨਸ਼ੇ ਕਰਦਾ ਹੈ, ਗਲਤ ਕਰਮ ਕਰਦਾ ਹੈ, ਫੇਰ ਤੋਟਾਂ ਪੈਂਦੀਆਂ ਨੇ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਰਲ ਮਿਲ ਕੇ ਖਰਚਦੇ ਹਾਂ, ਖਾਂਦੇ ਹਾਂ, ਦਮੜਾ ਤਿਸੀਕਾ ਜੋ ਖਰਚਾ ਯਾਰ ਖਾਏ, ਦੇਵੈ ਦਿਵਾਵੈ ਰਜਾਏ ਖੁਦਾਏ। ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਕਹਿੰਦੇ ਜਮਾ ਕਰਕੇ ਨਾ ਰੱਖੇ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਕੱਲਾ ਨਾ ਖਾਵੇ ਵੰਡ ਕੇ ਛਕੇ। ਇਦਾਂ ਦਾ ਜਿਹੜਾ ਹੁੰਦਾ ਹੈ, ਤੇ ਗੁਰੂ ਨਾਨਕ ਜੀ ਕਹਿੰਦੇ ਉਹ ਫਿਰ ਤੋਟ ਨਹੀਂ ਕਦੇ ਵੀ ਆਉਂਦੀ। ਜਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁੰਨ ਗੇਰੀ। ਲੋਕੀ ਪੁੰਨ ਕਰਦੇ ਨੇ, ਕਿਸੇ ਨੂੰ ਰੋਟੀ ਦੇਤੀ ਪੁੰਨ, ਕੁੱਤੇ ਨੂੰ ਰੋਟੀ ਪਾਤੀ ਪੁੰਨ ਕਰਤਾ, ਕੋਈ ਜਾਨਵਰਾਂ ਨੂੰ ਪੰਛੀਆਂ ਨੂੰ ਦਾਣੇ ਪਾਤੇ ਪੁੰਨ ਕਰਤਾ। ਗੁਰੂ ਨਾਨਕ ਜੀ ਕਹਿੰਦੇ ਜੇ ਹਰੀ ਦੇ ਨਾਮ ਦਾ ਪੁੰਨ ਕਰ ਲਵੇਂ, ਕਹਿੰਦੇ ਜ਼ਿੰਦਗੀ 'ਚ ਤੋਟ ਨਾ ਆਵੇ ਕਦੇ। ਜਨ ਨਾਨਕ ਹਰ ਪੁੰਨ ਬੀਜਿਆ। ਤੂੰ 2-4 ਨੂੰ ਬਾਣੀ ਪੜਨ ਲਾ ਦੇ, 2-4 ਨੂੰ ਸਿਮਰਨ ਕਰਨ ਲਾ ਦੇ, 2-4 ਨੂੰ ਗੁਰੂ ਦੇ ਨਾਲ ਜੋੜ ਦੇ, ਵਾਹਿਗੁਰੂ ਦੀ ਸੋਝੀ ਦੇ ਦੇ, ਕਹਿੰਦੇ ਤੋਟ ਆਉਣੀ ਹੈ ਨਹੀਂ ਕਦੇ। ਜਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ। ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ। ਤੈਨੂੰ ਤੋਟ ਕਦੇ ਨਾ ਆਵੇ, ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ। ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ, ਤੈਨੂੰ ਤੋਟ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ। ਮੇਰੇ ਪਿਆਰੇ ਹਰ ਪੁੰਨ ਬੀਜ ਲੈ ਮਨਾ, ਮੇਰੇ ਪਿਆਰੇ ਹਰ ਪੁੰਨ ਬੀਜ ਲੈ ਮਨਾ।
ਮੇਰ ਪਿਆਰੇ ਹਰ ਪੁਨ ਬੀਜ ਲੈ ਮਨਾ 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 ਵਾ 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 ਹਰ ਪੁਨ ਬੀਜ ਲੈ ਮਨਾ ਵਾ 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 ਹਰ ਪੁਨ ਬੀਜ ਲੈ ਮਨਾ ਵਾ 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 ਹਰ ਪੁਨ ਬੀਜ ਲੈ ਮਨਾ ਵਾ 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 ਹਰ ਪੁਨ ਬੀਜ ਲੈ ਮਨਾ ਵਾ 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 ਹਰ ਪੁਨ ਬੀਜ ਲੈ ਮਨਾ ਵਾ 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 ਹਰ ਪੁਨ ਬੀਜ ਲੈ ਮਨਾ ਤੈਨੂੰ ਟੋਟ ਕਦੇ ਨਾ ਆਵੇ ਕਦੇ ਨਾ ਆਵੇ ਹਰ ਪੁੰਨ ਬੀਜ ਲੈ ਮਨਾ ਤੈਨੂੰ ਟੋਟ ਕਦੇ ਨਾ ਹਰ ਪੁੰਨ ਬੀਜ ਲੈ ਮਨਾ ਟੋਟ ਕਦੇ ਨਾ ਆਵੇ ਹਰ ਪੁਨ ਬੀਜ ਲੈ ਮਨਾ ਤੈਨੂੰ ਟੋਟ ਕਰੇ ਨਾ ਆਵੇ ਹਰ ਪੁਨ ਬੀਜ ਲੈ ਮਨਾ ਤੈਨੂੰ ਟੋਟ ਕਦੇ ਨਾ ਆਵੇ ਹਰ ਪੁਨ ਬੀਜ ਲੈ ਮਨਾ ਤੈਨੂੰ ਟੋਟ ਕਦੇ ਨਾ ਆਵੇ ਹਰ ਪੁਨ ਬੀਜ ਲੈ ਮਨਾ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨ ਆਵੈ ਹਰ ਪੁੰਨ ਕੇਰੀ। ਜਦੋਂ ਕੋਈ ਸੌਦਾ ਲੈਣ ਗੁਰੂ ਨਾਨਕ ਜੀ ਦੇ ਕੋਲ ਆਉਂਦਾ ਸੀ ਉਹ ਕੱਲਾ ਨੂਣ ਮਿਰਚ ਮਸਾਲੇ ਆਟਾ ਆਦਿਕ ਦਾ ਸੌਦਾ ਹੀ ਨਹੀਂ ਸਨ ਦਿੰਦੇ, ਉਹ ਨਾਮ ਦਾ ਸੌਦਾ ਵੀ ਦਿੰਦੇ ਸਨ, ਨਾਮ ਦਾ ਧਨ ਵੀ ਦਿੰਦੇ ਸਨ। ਕੱਲਾ ਆਹੀ ਸੌਦਾ ਨਹੀਂ ਸਨ ਦਿੰਦੇ, ਨਾਮ ਦੇ ਨਾਲ ਜੋੜਦੇ। ਕੋਈ ਵੇਖਣਾ ਮਹਾਰਾਜ ਨੇ ਮੱਥੇ ਤਿਉੜੀਆਂ ਪਈਆਂ ਨੇ, ਪੁੱਛਣਾ ਕੀ ਗੱਲ ਬਈ, ਕਿਉਂ, ਕਿਸ ਗੱਲ ਤੋਂ ਖਪਾ ਹੋਇਆ, ਕਿਸ ਗੱਲ ਤੋਂ ਦੁਖੀ ਹੋਇਆ। ਇੱਥੇ ਦੁਖੀ ਨਹੀਂ ਹੋਈਂਦਾ, ਮਾਨਸ ਜਨਮ ਮਿਲਿਆ ਤੂੰ ਸਿਮਰਨ ਕਰਿਆ ਕਰ, ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ। ਜਦੋਂ ਕੋਈ ਗੁਰੂ ਨਾਨਕ ਜੀਆਂ ਨੇ ਸ਼ਬਦ ਉਚਾਰਨ ਕਰਨਾ, ਉਹ ਸ਼ਬਦ ਲਿਖ ਲੈਣਾ, ਲਿਖ ਕੇ ਫਿਰ ਸਾਧ ਸੰਗਤ ਜੀਓ ਜਿਹੜੇ ਪਿਆਰ ਕਰਦੇ ਸੀ ਗੁਰੂ ਨਾਨਕ ਜੀ ਦੇ ਨਾਲ, ਉਹਨਾਂ ਨੂੰ ਸ਼ਬਦ ਲਿਖ ਕੇ ਦੇਣੇ, ਕਹਿਣਾ ਇਹਨਾਂ ਦੀ ਵਿਚਾਰ ਕਰਿਆ ਕਰੋ, ਪੜ੍ਹਿਆ ਕਰੋ। ਦਿਨੇ ਗੁਰੂ ਨਾਨਕ ਜੀ ਨੇ ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬਹਿ ਕੇ, ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਜਿੱਥੇ ਸੌਦਾ ਦੇਣਾ ਤੇ ਨਾਲ ਪਰਮਾਤਮਾ ਦੇ ਨਾਮ ਦਾ ਸੌਦਾ ਵੀ ਦੇਣਾ, ਗਿਆਨ ਦਾ ਸੌਦਾ ਵੀ ਦੇਣਾ। ਨਾਨਕ ਕਹਿ ਘਰ ਕੇਵਲ ਨਾਮ। ਬਾਕੀ ਤਾਂ ਜਿਹੜੇ ਉਸ ਵਕਤ ਦੇ ਸਾਧੂ ਮਹਾਤਮਾ ਧਾਰਮਿਕ ਆਗੂ ਸਨ, ਉਹ ਕਿਸੇ ਨੂੰ ਕਿਹਾ ਕਰਦੇ ਸੀ ਕਿ ਭਾਈ ਫਲਾਣੇ ਦਿਨ ਵਰਤ ਰੱਖਿਆ ਕਰ, ਫਲਾਣੇ ਦਿਨ ਵਰਤ ਰੱਖਿਆ ਕਰ, ਫਲਾਣੇ ਦਿਨ ਮੌਨ ਰੱਖਿਆ ਕਰ, ਤੂੰ ਆਪ ਫਲਾਣੇ ਦਿਨ ਫਲਾਣੇ ਤੀਰਥ ਤੇ ਨਹਾ ਕੇ ਆਈ। ਪਰ ਗੁਰੂ ਨਾਨਕ ਜੀ ਮਹਾਰਾਜ ਜਾਣਦੇ ਸਨ ਵੀ ਇਹ ਸਾਰੇ ਫੋਕਟ ਕਰਮ ਨੇ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਵਿਹੋਣ ਸੁਨੇ ਸੇ ਮੁਖਾ। ਜਿਵੇਂ ਜੀਰੀ ਦਾ ਆਪਾਂ ਜੀਰੀਆਂ ਹੁਣ ਕੱਟੀਆਂ ਨੇ, ਵੱਢੀਆਂ ਨੇ, ਜਿਹੜੀ ਜੀਰੀ ਦੇ ਵਿੱਚ ਚੌਲ ਨਹੀਂ ਪੈਂਦਾ, ਥੋਥੜਾ ਹੋ ਜਾਂਦਾ ਹੈ, ਉਹਨੂੰ ਤੁਖਾ ਕਹਿੰਦੇ ਨੇ, ਤੁਖਾ। ਜੇ ਚੌਲ ਨਹੀਂ ਵਿੱਚ, ਬੀਜ ਨਹੀਂ ਬਣਿਆ, ਦਾਣਾ ਨਹੀਂ ਬਣਿਆ, ਤੇ ਉਹ ਜਿਹੜਾ ਫਿਰ ਉਹ ਜਿਹੜਾ ਫੂਸ ਹੈ ਉਹ ਕੀ ਕੰਮ ਹੈ, ਕੱਲਾ ਫੂਸ। ਇਦਾਂ ਕਹਿੰਦੇ ਨੇ ਜਿਹੜੇ ਕਰਮ ਕਾਂਡ ਨੇ ਉਹ ਤਾਂ ਫੂਸ ਨੇ, ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਨਾਮ ਹੈ ਬੀਜ, ਉਹ ਨਾਮ ਬੀਜ ਹੈ। ਕਰਮ ਭੂਮ ਮੈਂ ਬੋ ਬੋਹ ਨਾਮ। ਤੇ ਗੁਰੂ ਨਾਨਕ ਜੀ ਨੇ ਕਹਿਣਾ ਭਾਈ
ਗਿਆਨਵਾਨ ਬਣ, ਸਮਝਦਾਰ ਬਣ, ਤੂੰ ਬਾਣੀ ਪੜ੍ਹਿਆ ਕਰ, ਤੂੰ ਨਾਮ ਜਪਿਆ ਕਰ। ਤਰੀਕਾ ਦੱਸਣਾ ਗੁਰੂ ਨਾਨਕ ਨੇ। ਸਵੇਰ ਤੋਂ ਸ਼ਾਮ ਤੱਕ ਖਰੀਦਦਾਰ ਲੋਕਾਂ ਦੇ ਨਾਲ, ਸਵੇਰ ਤੋਂ ਸ਼ਾਮ ਤੱਕ ਖਰੀਦਦਾਰ ਲੋਕਾਂ ਦੇ ਨਾਲ ਮਹਾਰਾਜ ਨੇ ਇਦਾਂ ਬਾਤਚੀਤ ਕਰਨੀ, ਸਭ ਦੀਆਂ ਲੋੜਾਂ ਪੂਰੀਆਂ ਕਰਨੀਆਂ, ਕਿਸੇ ਨੂੰ ਖਾਲੀ ਨਹੀਂ ਸਨ ਮੋੜਦੇ। ਤੇ ਇਦਾਂ ਫਿਰ ਜਦੋਂ ਸ਼ਾਮ ਦੇ ਟਾਈਮ ਦੁਕਾਨ ਬੰਦ ਕਰ ਦਿੰਦੇ, ਘਰ ਆ ਜਾਂਦੇ, ਘਰੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਤਸੰਗ ਕਰਦੇ, ਜਿਵੇਂ ਆਪਾਂ ਇਕੱਠੇ ਹੋਏ ਆ। ਹਰ ਰੋਜ਼ ਸ਼ਾਮ ਦੇ ਵਕਤ ਗੁਰੂ ਨਾਨਕ ਜੀ ਦੇ ਬਚਨ ਸੁਣਨ ਦੇ ਵਾਸਤੇ ਕੁਝ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ, ਕਿਉਂਕਿ ਭੌਰਾ ਚਾਹੁੰਦਾ ਕਿਤੇ ਫੁੱਲ ਹੋਵੇ। ਜਦੋਂ ਕਸ਼ਬੋ ਆ ਜਾਂਦੀ ਹੈ ਭੌਰਿਆਂ ਨੂੰ ਫੁੱਲ ਦੀ, ਤੇ ਫਿਰ ਮਹਿਕ ਲੈਣ ਦੇ ਵਾਸਤੇ ਫੁੱਲ ਦੇ ਕੋਲ ਆਉਂਦੇ ਨੇ, ਫੁੱਲਾਂ ਤੇ ਆ ਕੇ ਬਹਿੰਦੇ ਨੇ, ਮੰਡਰਾਉਂਦੇ ਨੇ, ਭੀਂ ਭੀਂ ਕਰਦੇ ਨੇ। ਹਰ ਚਰਨ ਕਮਲ ਮਕਰੰਦ, ਹਰ ਚਰਨ ਕਮਲ ਮਕਰੰਦ, ਲੋਪਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ। ਭੌਰੇ ਆ ਕੇ ਫੁੱਲਾਂ ਤੇ ਬਹਿੰਦੇ ਨੇ, ਮਕਰੰਦ ਕਹੀਏ ਰਸ ਲੈਂਦੇ ਨੇ ਫੁੱਲਾਂ ਦਾ। ਐਦਾਂ ਹੀ ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ, ਉਹ ਚਾਹੁੰਦੀਆਂ ਨੇ ਕੋਈ ਰੱਬ ਦੀ ਗੱਲ ਸੁਣਾਵੇ, ਕੋਈ ਵਾਹਿਗੁਰੂ ਦੀ ਗੱਲ ਸੁਣਾਵੇ, ਕੋਈ ਆਣ ਸੁਣਾਵੇ ਹਰ ਕੀ ਹਰ ਗਾਲ। ਸੋ ਹਰ ਜਨ ਹੈ ਭਲ ਭਾਲ। ਉਹ ਭਲਾ ਪੁਰਸ਼ ਹੈ ਜਿਹੜਾ ਕੋਈ ਵਾਹਿਗੁਰੂ ਦੀ, ਕੋਈ ਰੱਬ ਦੀ ਗੱਲ ਸੁਣਾਵੇ। ਤੇ ਗੁਰੂ ਨਾਨਕ ਜੀ ਫਿਰ ਸ਼ਾਮ ਦੇ ਵਕਤ ਸਤਸੰਗ ਕਰਦੇ। ਪਹਿਲਾਂ 5-7 ਹੁੰਦੇ ਸੀ, ਤੇ ਹੌਲੀ ਹੌਲੀ ਸਤਸੰਗੀਆਂ ਦਾ ਦਾਇਰਾ ਵੱਧਦਾ ਗਿਆ। ਫਿਰ ਗਵਾਂਢਾਂ ਦੇ ਪਿੰਡਾਂ ਵਿੱਚੋਂ ਵੀ ਜਿਹੜੇ ਜਿਹੜੇ ਸ਼ੌਕ ਰੱਖਦੇ ਸੀ ਵਾਹਿਗੁਰੂ ਦੇ ਰਾਹ ਦਾ, ਪਰਮੇਸ਼ਰ ਦੇ ਰਾਹ ਤੇ ਚੱਲਣਾ ਚਾਹੁੰਦੇ ਸਨ, ਪਰ ਰਸਤਾ ਦੱਸਣ ਵਾਲਾ ਨਹੀਂ ਸੀ ਕੋਈ ਮਿਲਦਾ। ਹੁਣ ਜਦੋਂ ਗੁਰੂ ਨਾਨਕ ਜੀ ਰਾਹ ਦੱਸਣ ਵਾਲੇ ਆ ਗਏ, ਸ਼ਾਮ ਦੇ ਟਾਈਮ ਕਥਾ ਕਰਦੇ ਨੇ ਮਹਾਰਾਜ। ਸਭ ਤੇ ਉਤਮ ਹਰ ਕੀ ਕਥਾ। ਸਵੇਰੇ ਉੱਠ ਕੇ ਇਸ਼ਨਾਨ ਕਰਕੇ ਦਿਨ ਚੜ੍ਹੇ ਤੱਕ ਬੇਈ ਨਦੀ ਦੇ ਕਿਨਾਰੇ ਸਿਮਰਨ ਵਿੱਚ ਜੁੜਦੇ ਨੇ, ਆਪਣੇ ਸਵੈ ਸਰੂਪ ਦਾ ਧਿਆਨ ਟਿਕਾਉਂਦੇ ਨੇ। ਸਵੇਰੇ ਦਿਨ ਚੜ੍ਹੇ ਘਰ ਆ ਕੇ ਭੋਜਨ ਛਕ ਕੇ ਸ਼ਾਮ ਤੱਕ ਸਾਰਾ ਦਿਨ ਦੁਕਾਨ ਤੇ ਆਪਣੀ ਮਿਹਨਤ ਕਰਦੇ ਨੇ, ਕੰਮ ਕਰਦੇ ਨੇ। ਸ਼ਾਮ ਦੇ ਵਕਤ ਘਰ ਆ ਕੇ ਪ੍ਰਸ਼ਾਦਾ ਛਕ ਕੇ ਫਿਰ ਸਤਸੰਗ ਲਾਉਂਦੇ ਨੇ। ਸਤਸੰਗੀ ਭੌਰਿਆਂ ਦੇ ਵਾਂਗੂ ਆਉਂਦੇ ਨੇ, ਐ ਹੈਰਾਨ ਹੁੰਦੇ ਨੇ ਗੁਰੂ ਨਾਨਕ ਜੀ ਦੇ ਬਚਨ ਸੁਣ ਕੇ, ਬਈ ਕਦੇ ਇਹਨਾਂ ਨੂੰ ਗ੍ਰੰਥ ਪੜ੍ਹਦੇ ਨਹੀਂ ਵੇਖਿਆ, ਕਦੇ ਇਹਨਾਂ ਨੂੰ ਕੋਈ ਪੋਥੀਆਂ ਧਾਰਮਿਕ ਗ੍ਰੰਥ ਪੜ੍ਹਦੇ ਨਹੀਂ ਦੇਖਿਆ। ਇਹ ਇੰਨੇ ਕਮਾਲ ਦੇ ਗਿਆਨ ਦੇ ਬਚਨ ਸੁਣਾਉਂਦੇ ਨੇ ਗੁਰੂ ਨਾਨਕ, ਗਿਆਨ ਭਰਪੂਰ ਗੱਲਾਂ ਸੁਣਾਉਂਦੇ ਨੇ ਗੁਰੂ ਨਾਨਕ। ਧੰਨ ਨੇ ਗੁਰੂ ਨਾਨਕ। ਕੋਈ ਕਹਿੰਦਾ ਸੀ ਬਾਬਾ ਨਾਨਕ, ਕੋਈ ਕਹਿੰਦਾ ਸੀ ਨਾਨਕ ਤਪਾ, ਮੁਸਲਮਾਨ ਕਹਿੰਦੇ ਸੀ ਨਾਨਕ ਸ਼ਾਹ ਫਕੀਰ, ਕਿਉਂਕਿ ਗੁਰੂ ਨਾਨਕ ਜੀ ਕਿਸੇ ਸ਼ਰ੍ਹਾ ਦੇ ਵਿੱਚ, ਬੰਦਸ਼ ਦੇ ਵਿੱਚ ਨਹੀਂ ਸਨ। ਗੁਰੂ ਨਾਨਕ ਦਾ ਧਰਮ ਸਰਬ ਵਿਆਪੀ ਧਰਮ ਹੈ। ਗੁਰੂ ਨਾਨਕ ਦਾ ਧਰਮ ਹਰ ਮਨੁੱਖ ਮਾਤਰ ਦੇ ਲਈ ਹੈ। ਧਰਮ ਕੀ ਹੈ? ਗਿਆਨ ਹੈ ਗੁਰੂ ਨਾਨਕ ਦਾ। ਗੁਰੂ ਨਾਨਕ ਦਾ ਧਰਮ ਕੀ ਹੈ? ਗੁਰੂ ਨਾਨਕ ਦਾ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗਿਆਨ ਹਿੰਦੂ ਵੀ, ਮੁਸਲਮ ਵੀ, ਈਸਾਈ ਵੀ ਜੋ ਮਰਜ਼ੀ ਲੈ ਸਕਦਾ ਹੈ। ਜਿਹੜੇ ਇਸ ਵਿਚਾਰਧਾਰਾ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਸਿੱਖ ਕਿਹਾ ਜਾਂਦਾ ਹੈ। ਤੇ ਸ਼ਾਮ ਦੇ ਸਮੇਂ ਕਥਾ ਕਰਦੇ ਨੇ ਗੁਰੂ ਨਾਨਕ ਜੀ। ਐ ਜੋਗੀਆਂ ਵਾਂਗੂ ਸਮਾਧੀਆਂ ਲੱਗ ਜਾਂਦੀਆਂ ਨੇ ਸੁਣਨ ਵਾਲਿਆਂ ਦੀਆਂ। ਸੁਰਤਾਂ ਕਿਤੇ ਦੀ ਕਿਤੇ ਚੜ ਜਾਂਦੀਆਂ ਨੇ, ਉੱਚੀਆਂ ਉਡਾਰੀਆਂ ਲਾਉਂਦੀਆਂ ਨੇ ਬਚਨ ਸੁਣ ਕੇ ਗੁਰੂ ਨਾਨਕ ਦੇ।
ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਚਾਰੇ ਵਰਨਾਂ ਦੇ ਲਈ ਸਾਂਝਾ ਉਪਦੇਸ਼ ਗੁਰੂ ਨਾਨਕ ਦਾ। ਬ੍ਰਾਹਮਣ ਤਾਂ ਕਹਿੰਦਾ ਸੀ ਸ਼ੂਦਰ ਕਥਾ ਨਹੀਂ ਸੁਣ ਸਕਦਾ, ਵੇਦ ਮੰਤਰ ਦਾ ਜਾਪ ਪਾਠ ਨਹੀਂ ਕਰ ਸਕਦਾ। ਗੁਰੂ ਨਾਨਕ ਜੀ ਕਹਿੰਦੇ ਆਓ ਸਾਡਾ ਦਰ ਖੁੱਲ੍ਹਾ ਹੈ, ਹਿੰਦੂ ਆਓ, ਮੁਸਲਮ ਆਓ, ਈਸਾਈ ਆਓ, ਜਿਹੜਾ ਮਰਜੀ ਆਵੇ, ਖੱਤਰੀ ਆਵੇ, ਸ਼ੂਦਰ ਆਵੇ, ਵੈਸ ਆਵੇ, ਬ੍ਰਾਹਮਣ ਆਵੇ, ਸਾਰਿਆਂ ਦੇ ਲਈ ਖੁੱਲ੍ਹਾ ਦਰ ਹੈ ਤੇ ਸਾਂਝਾ ਉਪਦੇਸ਼ ਹੈ। ਕਿਉਂਕਿ ਮਨੁੱਖ ਦਾ ਧਰਮ ਪਰਮਾਤਮਾ ਨੇ ਕੋਈ ਧਰਮ ਨਹੀਂ ਬਣਾਇਆ, ਇਹ ਧਰਮ ਤਾਂ ਸਾਡੇ ਧਰਮ ਦੇ ਆਗੂਆਂ ਨੇ ਬਣਾਏ ਨੇ। ਜਿਵੇਂ ਸਕੂਲ ਤਾਂ ਬਹੁਤ ਸਾਰੇ ਹੁੰਦੇ ਨੇ, ਪਰ ਵਿਦਿਆ ਤਾਂ ਵਿਦਿਆ ਹੀ ਹੈ। ਐਸੇ ਤਰ੍ਹਾਂ ਹੀ ਜਿਹੜੀ ਬ੍ਰਹਮ ਵਿਦਿਆ ਹੈ, ਪਰਮੇਸ਼ਰ ਦਾ ਗਿਆਨ ਹੈ, ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਤਾਂ ਇੱਕੋ ਹੀ ਹੈ। ਮਜ਼ਹਬ ਵੱਖਰੇ ਵੱਖਰੇ ਨੇ ਤੇ ਗੁਰੂ ਨਾਨਕ ਜੀ ਕਿਸੇ ਮਜ਼ਹਬ ਦੇ ਨਾਲ ਨਫ਼ਰਤ ਨਹੀਂ ਸਨ ਕਰਦੇ। ਉਹਨਾਂ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ, 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 ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚਹੁ ਵਰਨਾ ਕੋ ਸਾਂਝਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਵਾਂਝਾ। ਜਿਹੜਾ ਵੀ ਕਹਿੰਦੇ ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਇਸ ਯੁੱਗ ਦੇ ਵਿੱਚ ਉਹਦਾ ਉਧਾਰ ਹੁੰਦਾ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ। ਉਹ ਸੁਖੀ ਹੋ ਜਾਂਦਾ ਹੈ, ਉਹ ਪਰਮ ਸ਼ਾਂਤ ਹੋ ਜਾਂਦਾ ਹੈ, ਉਹਦੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਜਿਹੜਾ ਗੁਰਮੁਖ ਬਣ ਕੇ ਨਾਮ ਜਪਦਾ ਹੈ, ਜਿਹੜਾ ਗੁਰਮੁਖ ਬਣ ਕੇ ਨਾਮ ਜਪਦਾ ਹੈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਾਮ ਦੇ ਟਾਈਮ ਆਉਂਦੇ ਨੇ, ਗੁਰੂ ਨਾਨਕ ਜੀ ਦੇ ਬਚਨ ਸੁਣਦੇ ਨੇ, ਸਾਂਝਾ ਉਪਦੇਸ਼ ਦਿੰਦੇ ਨੇ ਗੁਰੂ ਨਾਨਕ ਸਾਹਿਬ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਗੁਰੂ ਨਾਨਕ ਜੀ ਦੇ ਨਾਲ ਜਦੋਂ ਸੰਗਤਾਂ ਜੁੜਦੀਆਂ ਨੇ, ਸਾਰੇ ਨਗਰ ਦੇ ਵਿੱਚ, ਇਲਾਕੇ ਦੇ ਵਿੱਚ ਗੁਰੂ ਨਾਨਕ ਜੀ ਦੀ ਸੋਭਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਗੁਰੂ ਨਾਨਕ ਜੀ ਦੀ ਪ੍ਰਸ਼ੰਸਾ ਹੋ ਰਹੀ ਹੈ ਕਿ ਇਦਾਂ ਦਾ ਕੋਈ ਵੀ ਮੋਦੀ ਨਹੀਂ ਆਇਆ ਪਹਿਲਾਂ। ਤੇ ਕਈ ਜਿਹੜੇ ਨਿੰਦਾ ਕਰਨ ਵਾਲੇ ਨੇ, ਜੈਲਸੀ ਕਈਆਂ ਦੇ ਹੁੰਦੀ ਹੈ ਮਨ ਵਿੱਚ, ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀ ਸੋਭਾ ਦੇਖ ਕੇ ਕਈਆਂ ਕੋਲੋਂ ਜਰ ਨਹੀਂ ਹੁੰਦੀ, ਝੱਲ ਨਹੀਂ ਹੁੰਦੀ ਵੀ ਫਲਾਣੇ ਨਾਲੋਂ ਮੈਂ ਕਿਹੜਾ ਘੱਟ ਆਂ, ਉਹਦੀ ਸੋਭਾ ਕਿਉਂ ਹੋ ਰਹੀ ਹੈ, ਮੇਰੀ ਕੋਈ ਕਿਉਂ ਨਹੀਂ ਕਰਦਾ। ਤੇ ਉਹਨਾਂ ਨੇ ਫਿਰ ਜਾ ਕੇ ਸ਼ਿਕਾਇਤ ਲਾਈ ਆਪਣਾ ਦੌਲਤ ਖਾਨ ਦੇ ਕੋਲ ਜਾ ਕੇ। ਕਹਿੰਦੇ ਮੋਦੀ ਹੈ ਨਾ ਜਿਹੜਾ ਤੇਰਾ ਨਾਨਕ ਮੋਦੀ, ਉਹ ਤਾਂ ਤੇਰਾ ਮੋਦੀ ਖਾਨਾ ਲੁਟਾਈ ਜਾਂਦਾ ਹੈ, ਲੋਕਾਂ ਨੂੰ ਲੁਟਾਈ ਜਾਂਦਾ ਹੈ, ਹਿਸਾਬ ਕਿਤਾਬ ਕਰ ਲੈ ਕਦੇ। 3 ਵਾਰੀ ਸ਼ਿਕਾਇਤ ਲਾਈ ਗੁਰੂ ਨਾਨਕ ਨੇ, 4.5 ਸਾਲ ਮੋਦੀ ਖਾਨੇ ਦੀ ਡਿਊਟੀ ਕੀਤੀ।
3 ਵਾਰੀ ਸ਼ਿਕਾਇਤ ਲਾਈ ਚੁਗਲਖੋਰ ਲੋਕਾਂ ਨੇ ਕਿ ਹਿਸਾਬ ਕਿਤਾਬ ਕਰ ਲਓ, ਘਾਟਾ ਪਾ ਦੇਗਾ, ਆਪ ਭੱਜ ਜਾਏਗਾ, ਫਿਰ ਕੀ ਹੋਏਗਾ। ਜਦੋਂ ਵੀ ਹਿਸਾਬ ਕਿਤਾਬ ਕਰਨਾ, ਇੱਕ ਵਾਰੀ 750 ਰੁਪਏ, ਇੱਕ ਵਾਰੀ 400 ਰੁਪਏ, ਇੱਕ ਵਾਰੀ 600 ਰੁਪਏ ਗੁਰੂ ਨਾਨਕ ਜੀ ਦੇ ਵੱਧ ਨਿਕਲਦੇ ਰਹੇ ਖਜ਼ਾਨੇ ਦੇ ਵਿੱਚੋਂ। ਤਾਂ ਹੀ ਮਹਾਰਾਜ ਕਹਿੰਦੇ ਸੀ ਵੀ ਖਾਦਿਆਂ ਖਰਚਿਆਂ ਤੋਟ ਨਹੀਂ ਆਉਂਦੀ। ਇਦਾਂ ਪ੍ਰਸ਼ੰਸਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਜਦੋਂ ਨੌਕਰੀ ਕਰਦਿਆਂ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਜੀ ਨੇ ਬੇਈ ਨਦੀ ਦੇ ਵਿੱਚ ਚੁੱਭਾ ਲਾਇਆ, ਮੁੜ ਕੇ ਬਾਹਰ ਨਹੀਂ ਆਏ। 3 ਦਿਨ ਕਿੱਥੇ ਰਹੇ ਇਹ ਕੋਈ ਨਹੀਂ ਜਾਣ ਸਕਦਾ। ਭਾਵੇਂ ਸਾਖੀਆਂ ਵਾਲਿਆਂ ਨੇ ਆਪਣੇ ਆਪਣੇ ਅਨੁਮਾਨ ਲਾ ਕੇ ਲਿਖਿਆ ਵੀ ਉੱਥੇ ਚਲੇ ਗਏ, ਰੱਬ ਕੋਲ ਚਲੇ ਗਏ, ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ, ਪਰ ਇਹ ਅਨੁਮਾਨ ਨੇ ਲੋਕਾਂ ਦੇ, ਗਲਤ ਵੀ ਹੋ ਸਕਦੇ ਨੇ, ਸਹੀ ਵੀ ਹੋ ਸਕਦੇ ਨੇ। ਇਹ ਤਾਂ ਉਹੀ ਜਾਣਦੇ ਨੇ। 3 ਦਿਨਾਂ ਬਾਅਦ ਕਹਿੰਦੇ ਬੇਈ ਨਦੀ ਦੇ ਵਿੱਚੋਂ ਬਾਹਰ ਆਏ ਸੀ। ਜਦੋਂ ਬੇਈ ਨਦੀ ਦੇ ਵਿੱਚ ਰਹਿੰਦੇ ਆ, ਵਾਹਿਗੁਰੂ ਬੇਈ ਨਦੀ ਵਿੱਚ ਚੁੱਭਾ ਲਾਇਆ, ਦਿਨ ਚੜ੍ਹੇ ਤੱਕ ਬਾਹਰ ਇਹ ਨਾ ਨਿਕਲੇ। ਫਿਰ ਜਿਹੜਾ ਨੌਕਰ ਨਾਲ ਜਾਂਦਾ ਸੀ ਮਹਾਰਾਜ ਦੇ, ਅਜੇ ਭਾਈ ਮਰਦਾਨਾ ਨਹੀਂ ਸੀ ਆਇਆ, ਉਹਨੇ ਫਿਰ ਆ ਕੇ ਦੱਸਿਆ, ਘਰ ਦੱਸਿਆ ਬੇਬੇ ਨਾਨਕੀ ਨੂੰ, ਜੈ ਰਾਮ ਨੂੰ, ਵੀ ਅੱਜ ਮੋਦੀ ਜੀ ਇਸ਼ਨਾਨ ਕਰਨ ਗਏ ਸੀ, ਬਾਹਰ ਨਹੀਂ ਨਿਕਲੇ ਪਾਣੀ ਤੋਂ। ਨਵਾਬ ਨੂੰ ਦੱਸਿਆ ਤੇ ਨਵਾਬ ਨੇ ਗੋਤਾਖੋਰਾਂ ਨੂੰ ਭੇਜਿਆ, ਜਾਲ ਲਾਏ, ਛਾਣ ਮਾਰੀ ਬੇਈ ਨਦੀ, ਕਿਤੋਂ ਨਹੀਂ ਗੁਰੂ ਨਾਨਕ ਜੀ ਲੱਭੇ। ਕੋਈ ਕਹਿੰਦਾ ਮੱਛ ਨਿਕਲ ਗਿਆ, ਕੋਈ ਕਹਿੰਦਾ ਘਾਟਾ ਪੈਣਾ ਸੀ, ਮੋਦੀ ਖਾਨਾ ਲੁਟਾਈ ਗਿਆ ਲੋਕਾਂ ਨੂੰ, ਹੁਣ ਕਿਤੇ ਲੁਕ ਗਿਆ ਜਾ ਕੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਦੰਦ ਕਥਾਵਾਂ ਲੋਕ ਕਰਦੇ ਨੇ, ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ, ਪਰ ਉਹ ਕਿੱਥੇ ਗਏ ਸਨ, ਕਿੱਥੇ ਸਨ, ਇਹ ਗੁਰੂ ਨਾਨਕ ਆਪ ਹੀ ਜਾਣਦੇ ਨੇ। ਆਪਾਂ ਕੋਈ ਗੱਲ ਕਹੀਏ ਵੀ ਐਦਾਂ ਸੀ ਐਦਾਂ ਸੀ, ਉਹ ਠੀਕ ਨਹੀਂ, ਪਰ ਇੰਨਾ ਹੀ ਆਪਾਂ ਕਹਾਂਗੇ ਵੀ ਤੀਜੇ ਦਿਨ ਜਦੋਂ ਨਦੀ ਚੋਂ ਬਾਹਰ ਆਏ, ਬਸਤਰ ਪਾਏ ਤੇ ਮੋਦੀਖਾਨੇ ਦੇ ਵਿੱਚ ਆਏ, ਮੋਦੀਖਾਨੇ ਦੇ ਵਿੱਚ ਆਏ, ਜਿੰਦਾ ਤੋੜਿਆ, ਕਿਉਂਕਿ ਕੁੰਜੀ ਨਵਾਬ ਨੇ ਲੈ ਲਈ ਸੀ, ਕੁੰਜੀ ਨਵਾਬ ਨੇ ਲੈ ਲਈ ਸੀ। ਜਦੋਂ ਦੇਖਿਆ ਬਈ ਗੋਤਾਖੋਰ ਜਿਹੜੇ ਸੀ ਗੋਤੇ ਲਾ ਲਾ ਕੇ ਥੱਕ ਗਏ, ਚਾਰੇ ਪਾਸੇ ਜੰਗਲ ਛਾਣ ਮਾਰਿਆ, ਕਿਤੋਂ ਨਾਨਕ ਨਹੀਂ ਲੱਭਿਆ, ਕਿੱਥੇ ਚਲਿਆ ਗਿਆ। ਸ਼ਾਇਦ ਹੋ ਸਕਦਾ ਲੋਕਾਂ ਦੀ ਗੱਲ ਸਹੀ ਹੋਵੇ। ਆਪਣਾ ਜਿਹੜਾ ਸੀ ਦੌਲਤ ਖਾਨ ਲੋਧੀ ਨਵਾਬ, ਉਹ ਸੋਚਦਾ ਬਈ ਕਿਤੇ ਜ਼ਿਆਦਾ ਲੁਟਾਤਾ ਹੋਵੇ, ਮੋਦੀ ਖਾਨਾ ਘਾਟਾ ਪੈ ਗਿਆ ਹੋਵੇ, ਨਿਕਲ ਗਿਆ ਹੋਵੇ ਕਿਸੇ ਪਾਸੇ, ਕੁੰਜੀ ਆਪਦੇ ਕੋਲ ਲੈ ਲਈ। ਜਦੋਂ ਗੁਰੂ ਨਾਨਕ ਜੀ ਤੀਜੇ ਦਿਨ ਆਏ, ਫਿਰ ਮੋਦੀ ਖਾਨੇ ਆਏ, ਜਦੋਂ ਜਿੰਦਾ ਲੱਗਿਆ ਹੋਇਆ, ਕਹਿੰਦੇ ਕੁੰਜੀ, ਕਹਿੰਦੇ ਦੌਲਤ ਖਾਨ ਦੇ ਕੋਲੇ ਜਿੰਦਾ ਤੋੜਦਾ। ਜਿੰਦਾ ਤੋੜ ਕੇ ਗੁਰੂ ਨਾਨਕ ਜੀ ਕਹਿੰਦੇ ਲੁੱਟ ਲਓ ਜਿਹਨੇ ਲੁੱਟਣਾ ਹੈ, ਜਿੰਨਾ ਸਮਾਨ ਕਿਸੇ ਤੋਂ ਲੁੱਟਿਆ ਜਾਂਦਾ ਲੁੱਟ ਲਓ। ਕਈ ਲੋਕ ਲੈ ਗਏ ਜਿੰਨਾ ਕਿਸੇ ਦੇ ਹੱਥ ਲੱਗਿਆ। ਜਾ ਕੇ ਨਵਾਬ ਨੂੰ ਜਦੋਂ ਦੱਸਿਆ ਲੋਕਾਂ ਨੇ ਵੀ ਤੇਰਾ ਮੋਦੀ ਆ ਗਿਆ, ਉਹਨੇ ਮੋਦੀ ਖਾਨਾ ਲਟਾਉਣਾ ਸ਼ੁਰੂ ਕਰਤਾ, ਲੋਕ ਲੁੱਟ ਰਹੇ ਨੇ, ਆਪਣੇ ਸਿਪਾਹੀ ਭੇਜੇ, ਫਿਰ ਜਿੰਦਾ ਲਵਾਇਆ ਤੇ ਗੁਰੂ ਨਾਨਕ ਜੀ ਸ਼ਮਸ਼ਾਨ ਘਾਟ ਵਿੱਚ ਬਹਿ ਗਏ। ਜਾ ਕੇ ਸ਼ਮਸ਼ਾਨ ਘਾਟ ਵਿੱਚ ਬਹਿ ਗਏ ਗੁਰੂ ਨਾਨਕ ਜੀ ਜਾ ਕੇ। ਤੇ ਸਾਧ ਸੰਗਤ ਜੀ ਜਦੋਂ ਇੱਕੋ ਹੀ ਬਚਨ ਇਹ ਕਰਦੇ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਦਾਂ ਬਚਨ ਕਰਦੇ ਨੇ। ਇਹ ਗੱਲ ਸੁਣ ਕੇ ਕਾਜ਼ੀਆਂ ਨੂੰ, ਮੁਸਲਮਾਨਾਂ ਨੂੰ ਬੜਾ ਦੁੱਖ ਹੋਇਆ। ਕਹਿੰਦੇ ਨਾ ਕੋਈ ਹਿੰਦੂ ਤਾਂ ਚਲੋ ਠੀਕ ਹੈ, ਇਹ ਤਾਂ ਜੀਆ ਟੈਕਸਾਂ ਦੇ ਮਾਰੇ ਹਿੰਦੂ ਤਾਂ ਨਾ ਹੋਣ ਵਰਗੇ ਹੀ ਨੇ, ਪਰ ਮੁਸਲਮਾਨ ਕਿਉਂ ਨਹੀਂ ਕੋਈ? ਸਾਡਾ ਤਾਂ ਭਾਰਤ ਵਰਸ਼ ਦੇ ਵਿੱਚ ਰਾਜ ਹੈ, ਅਸੀਂ ਤਾਂ ਰਾਜ ਭਾਗ ਕਰਦੇ ਹਾਂ, ਅਸੀਂ ਮੁਸਲਮਾਨ ਕਿਉਂ ਨਹੀਂ ਕੋਈ? ਅਸੀਂ ਤਾਂ ਬਹੁਤ ਹਾਂ। ਪਰ ਗੁਰੂ ਨਾਨਕ ਜੀ ਕਿਤੇ ਹੋਰ ਕਹਿੰਦੇ ਸੀ, ਉਹਨਾਂ ਦੀ ਸੁਰ ਕਿਤੇ ਹੋਰ ਸੀ, ਵੀ ਅਸਲ ਦੇ ਵਿੱਚ ਦਿਖਾਵੇ ਦੇ ਹੀ ਨੇ ਹਿੰਦੂ, ਦਿਖਾਵੇ ਦੇ ਹੀ ਨੇ ਮੁਸਲਮਾਨ। ਮੁਸਲਮਾਨ ਤਾਂ ਉਹ ਹੁੰਦਾ ਜਿਹਦਾ ਦਿਲ ਮੋਮ ਵਰਗਾ ਹੋਵੇ। ਮੋਮ ਕਿੰਨੀ ਨਰਮ ਹੁੰਦੀ ਹੈ, ਥੋੜਾ ਜਿਹਾ ਸੇਕ ਆ ਜੇ ਉਹਦੀ ਪਗਲ ਜਾਂਦੀ ਹੈ, ਪਿਘਲ ਜਾਂਦੀ ਹੈ।
ਕਹਿੰਦੇ ਇਦਾਂ ਦਾ ਉਹ ਮੁਸਲਮਾਨ ਹੁੰਦਾ ਜਿਹੜਾ ਦੂਜੇ ਦੁਖੀ ਨੂੰ ਦੇਖ ਕੇ ਦੁਖੀ ਹੋ ਜੇ। ਜਿਹੜਾ ਪੱਥਰ ਦਿਲ ਹੋਵੇ ਉਹ ਮੁਸਲਮਾਨ ਨਹੀਂ ਹੋ ਸਕਦਾ। ਨਾ ਕੋਈ ਹਿੰਦੂ, ਇਹ ਕੇਵਲ ਨਾਮ ਮਾਤਰ ਦੇ ਹੀ ਨੇ। ਅਸਲ ਮਾਇਨਿਆਂ ਦੇ ਵਿੱਚ ਕੋਈ ਹਿੰਦੂ ਨਹੀਂ ਹੈ, ਅਸਲ ਮਾਇਨਿਆਂ ਦੇ ਵਿੱਚ ਕੋਈ ਮੁਸਲਮਾਨ ਨਹੀਂ ਹੈ। ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਲੈ ਗਲ ਪਾਵੇ। ਸੂਤ ਪਾਏ ਕਰੇ ਬੁਰਿਆਈ, ਨਹਾਤਾ ਧੋਤਾ ਥਾਏ ਨਾ ਪਾਈ। ਗੁਰੂ ਨਾਨਕ ਜੀ ਉਹਨਾਂ ਦੀ ਸੁਰ ਕਿਤੇ ਹੋਰ ਸੀ ਤੇ ਇਹ ਕੁਝ ਹੋਰ ਸੀ। ਇਹ ਕਹਿੰਦੇ ਸਾਨੂੰ ਕਿਉਂ ਕਹਿੰਦੇ ਨੇ? ਕਾਜੀ ਬੜਾ ਦੁਖੀ ਹੋਇਆ, ਕਾਜੀ ਨੇ ਸ਼ਿਕਾਇਤ ਕੀਤੀ ਜਾ ਕੇ। ਕਾਜੀ ਨੇ ਸ਼ਿਕਾਇਤ ਕੀਤੀ ਨਵਾਬ ਦੇ ਕੋਲ, ਦੌਲਤ ਖਾਨ ਦੇ ਕੋਲ, ਵੀ ਹਿੰਦੂ ਤਾਂ ਚਲੋ ਨਾ ਹੋਣ ਵਰਗੀ ਨੇ, ਉਹਨਾਂ ਦੀ ਕਿਹੜਾ ਸਰਕਾਰੀ ਦਰਬਾਰੇ ਸੁਣੀ ਜਾਂਦੀ ਹੈ, ਉਹਨਾਂ ਦੀ ਕੋਈ ਬੁੱਕਤ ਨਹੀਂ ਹੈ ਸਾਡੇ ਰਾਜ ਵਿੱਚ ਹਿੰਦੂਆਂ ਦੀ, ਨਾ ਹੋਣ ਵਰਗੇ ਹੀ ਨੇ। ਪਰ ਮੁਸਲਮਾਨ ਕੋਈ ਕਿਉਂ ਨਹੀਂ? ਨਾਨਕ ਨੂੰ ਪੁੱਛੋ ਵੀ ਕਿਉਂ ਮੁਸਲਮਾਨ ਬਹੁਤ ਆ ਅਸੀਂ। ਫਿਰ ਸਾਧ ਸੰਗਤ ਜੀ ਜਦੋਂ ਨਾ ਹਟੇ ਦੌਲਤ ਖਾਨ ਨੂੰ, ਨਾ ਹਟੇ, ਨਾ ਰੁਕੇ, ਤੇ ਫਿਰ ਗੁਰੂ ਨਾਨਕ ਜੀ ਸੱਚੇ ਪਾਤਸ਼ਾਹ ਦੇ ਕੋਲ ਨੌਕਰ ਭੇਜਿਆ। ਨੌਕਰ ਭੇਜਿਆ। ਨੌਕਰ ਨੇ ਜਾ ਕੇ, ਜਦੋਂ ਨੌਕਰ ਨੇ ਜਾ ਕੇ ਆਖਿਆ ਬਈ ਨਾਨਕ ਜੀ ਤੁਹਾਨੂੰ ਦੌਲਤ ਖਾਨ ਜੀ ਬੁਲਾਉਂਦੇ ਨੇ। ਗੁਰੂ ਨਾਨਕ ਜੀ ਕਹਿੰਦੇ ਹੁਣ ਕਿਹੜਾ ਮੈਂ ਦੌਲਤ ਖਾਨ ਦਾ ਨੌਕਰ ਹਾਂ, ਪਹਿਲਾਂ ਮੈਂ ਇਹਨਾਂ ਦੌਲਤ ਖਾਨ ਦੀ ਨੌਕਰੀ ਕਰਦਾ ਸੀ। ਕਿਉਂਕਿ ਇਸ ਗੱਲ ਹੋਣ ਤੋਂ ਪਹਿਲਾਂ ਹਿਸਾਬ ਕਿਤਾਬ ਦੇ ਦਿੱਤਾ ਸੀ। ਜਦੋਂ ਇਦਾਂ ਲੋਕਾਂ ਨੇ ਕਿਹਾ ਵੀ ਮੋਦੀ ਖਾਨਾ ਲੁਟਾਤਾ, ਗੁਰੂ ਨਾਨਕ ਜੀ ਨੂੰ ਬੁਲਾਇਆ ਵੀ ਹਿਸਾਬ ਕਰਨਾ ਹੈ। ਗੁਰੂ ਨਾਨਕ ਜੀ ਚਲੇ ਗਏ, ਕਹਿੰਦੇ ਕਰੋ ਹਿਸਾਬ। ਜਦੋਂ ਗੁਰੂ ਨਾਨਕ ਜੀ ਨੇ ਹਿਸਾਬ ਕੀਤਾ 750 ਰੁਪਇਆ ਵਧਿਆ ਸੀ ਗੁਰੂ ਨਾਨਕ ਜੀ ਦਾ। ਦੌਲਤ ਖਾਨ ਨੇ ਆਖਿਆ ਲੈ ਲਓ। ਗੁਰੂ ਨਾਨਕ ਜੀ ਕਹਿੰਦੇ ਨਹੀਂ ਮੈਂ ਨਹੀਂ, ਲੋੜਵੰਦਾਂ ਨੂੰ ਦੇ ਦਿਓ। ਕਹਿੰਦੇ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ, ਪਰਿਵਾਰ ਨੂੰ ਦੇ ਦਿਓ। ਗੁਰੂ ਨਾਨਕ ਜੀ ਕਹਿੰਦੇ ਆਪਣੇ ਕੋਲ ਰੱਖੋ, ਜਦੋਂ ਲੋੜ ਪਏਗੀ ਦੇ ਦਿਓ ਲੋੜਵੰਦਾਂ ਨੂੰ। ਫਿਰ ਆ ਕੇ ਫਿਰ ਦੁਬਾਰਾ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਗਏ। ਜਦੋਂ ਕਈ ਦਿਨ ਅੱਗੇ ਦੀ ਅੱਗੇ ਗੱਲ ਕਾਜ਼ੀਆਂ ਤੱਕ ਪਹੁੰਚ ਗਈ, ਉਹਨਾਂ ਨੇ ਦੁੱਖ ਮਨਾਇਆ। ਕਹਿੰਦੇ ਪੁੱਛੋ ਨਾਨਕ ਨੂੰ ਬੁਲਾ ਕੇ ਕੋਈ ਮੁਸਲਮਾਨ ਕਿਉਂ ਨਹੀਂ? ਬੁਲਾਇਆ ਗਿਆ ਗੁਰੂ ਨਾਨਕ ਜੀ ਨੂੰ। ਜਦੋਂ ਸਿਪਾਹੀ ਗਿਆ, ਬੇਨਤੀ ਕੀਤੀ, ਦੌਲਤ ਖਾਨ ਯਾਦ ਕਰਦੇ ਨੇ। ਗੁਰੂ ਨਾਨਕ ਜੀ ਕਹਿੰਦੇ ਮੈਂ ਨਹੀਂ ਆਉਂਦਾ। ਜਦੋਂ ਮੈਂ ਉਹਦਾ ਨੌਕਰ ਸੀ ਇੱਕ ਵਾਰ ਬੁਲਾਉਂਦਾ, 4 ਵਾਰੀ ਆਉਂਦਾ, ਪਰ ਹੁਣ ਮੈਂ ਉਹਦਾ ਨੌਕਰ ਨਹੀਂ, ਹੁਣ ਮੈਂ ਖੁਦਾ ਦਾ ਨੌਕਰ ਹੋ ਗਿਆ, ਮੈਂ ਨਹੀਂ ਆਉਣਾ। ਉਹਨਾਂ ਨੂੰ ਕੋਈ ਕੰਮ ਹੈ, ਆ ਜਾਣਾ ਇੱਥੇ ਮੇਰੇ ਕੋਲ। ਸਿਪਾਹੀ ਨੇ ਜਾ ਕੇ ਨੌਕਰ ਨੇ ਇਦਾਂ ਹੀ ਦੱਸਿਆ ਵੀ ਉਹ ਕਹਿੰਦੇ ਨੇ ਮੈਂ ਹੁਣ ਖੁਦਾ ਦਾ ਨੌਕਰ ਹਾਂ, ਹੁਣ ਮੈਂ ਨਵਾਬ ਦਾ ਨੌਕਰ ਥੋੜੀਆਂ ਵੀ ਉਹਦੇ ਬੁਲਾਏ ਤੋਂ ਜਾਵਾਂ, ਮੈਂ ਖੁਦਾ ਦਾ ਨੌਕਰ ਹਾਂ, ਮੈਂ ਨਹੀਂ ਆਉਂਦਾ। ਦੌਲਤ ਖਾਨ ਕਹਿੰਦਾ ਠੀਕ ਹੈ, ਜੋ ਉਹ ਕਹਿੰਦੇ ਨੇ ਠੀਕ ਕਹਿੰਦੇ ਨੇ, ਪਰ ਮੇਰੇ ਵੱਲੋਂ ਬੇਨਤੀ ਕਰ ਜਾ ਕੇ। ਸੇਵਾਦਾਰ ਨੂੰ ਦੁਬਾਰੇ ਸਿਪਾਹੀ ਨੂੰ ਤੋਰਿਆ, ਬੇਨਤੀ ਹੈ ਦਰਸ਼ਨ ਦਿਓ ਇੱਕ ਵਾਰ। ਜਦੋਂ ਨੌਕਰ ਨੇ ਜਾ ਕੇ ਇਦਾਂ ਕਿਹਾ ਕਿ ਦੌਲਤ ਖਾਨ ਜੀ ਦਰਸ਼ਨ ਕਰਨਾ ਚਾਹੁੰਦੇ ਨੇ, ਇੱਕ ਵਾਰੀ ਦਰਸ਼ਨ ਦਿਓ। ਗੁਰੂ ਨਾਨਕ ਜੀ ਉੱਠ ਕੇ ਨਾਲ ਤੁਰ ਪਏ। ਜਦੋਂ ਦੌਲਤ ਖਾਨ ਦੇ ਕੋਲ ਪੜਦੇ ਨੇ, ਕਾਜੀ ਮੁਲਾਣੇ ਪਹਿਲਾਂ ਹੀ ਇਕੱਠੇ ਹੋਏ ਬੈਠੇ ਸੀ। ਦੌਲਤ ਖਾਨ ਨੇ ਇਸ਼ਾਰਾ ਕੀਤਾ ਵੀ ਪੁੱਛ ਲਓ ਹੁਣ ਜੋ ਪੁੱਛਣਾ ਹੈ। ਆ ਗਏ, ਪੁੱਛ ਲਓ। ਜਦੋਂ ਬੈਠ ਗਏ ਗੁਰੂ ਨਾਨਕ ਜੀ ਨੂੰ ਪੁੱਛਿਆ ਕਾਜੀਆਂ ਨੇ, ਕਹਿੰਦੇ ਨਾਨਕ ਜੀ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ, ਨਹੀਂ ਹੋਣਗੇ ਹਿੰਦੂ ਟੈਕਸਾਂ ਜੇਜੀਆਂ ਦੇ ਮਾਰੇ, ਇਹਨਾਂ ਦੀ ਕਿਹੜਾ ਸਰਕਾਰੀ ਦਰਬਾਰੇ ਪੁੱਛ ਪ੍ਰਤੀਤ ਹੈ ਕੋਈ, ਪਰ ਅਸੀਂ ਮੁਸਲਮਾਨ ਕਿਉਂ ਨਹੀਂ? ਅਸੀਂ ਤਾਂ ਬਹੁਤ ਆ, ਸਾਡਾ ਤਾਂ ਰਾਜ ਭਾਗ ਹੈ ਭਾਰਤ ਦੇ ਵਿੱਚ, ਸਾਡੀ ਹਕੂਮਤ ਚੱਲਦੀ ਹੈ, ਤੁਸੀਂ ਕਹਿੰਦੇ ਹੋ ਮੁਸਲਮਾਨ ਨਹੀਂ ਕੋਈ। ਗੁਰੂ ਨਾਨਕ ਜੀ ਨੇ ਉੱਥੇ ਵੀ ਸ਼ਬਦ ਉਚਾਰਿਆ, ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ, ਅੱਬਲ ਔਲ ਦੀਨ ਕਰ ਮਿੱਠਾ। ਇਦਾਂ ਉਹਨਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰ ਕੇ ਦੱਸਿਆ ਵੀ ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਹੈ, ਔਖਾ ਹੈ।
ਕੇਵਲ ਕੱਪੜੇ ਪਾਉਣ ਦੇ ਨਾਲ, ਪਹਿਰਾਵਾ ਮੁਸਲਮਾਨਾਂ ਦਾ ਪਾਉਣ ਨਾਲ ਮੁਸਲਮਾਨ ਨਹੀਂ ਬਣਿਆ ਜਾਂਦਾ, ਕਹਿਣ ਨਾਲ ਨਹੀਂ ਬਣਿਆ ਜਾਂਦਾ। ਹੁਣ ਅਸੀਂ ਕੋਈ ਆ ਪੰਜ ਕਕਾਰੀ ਬਾਣਾ ਪਾ ਕੇ ਕੱਲਾ ਇਦਾਂ ਸੋਚੀ ਵੀ ਅਸੀਂ ਸਿੱਖ ਬਣ ਗਏ। ਸਿੱਖ ਤਾਂ ਉਦੋਂ ਹੀ ਬਣਾਂਗੇ ਜਦੋਂ ਆ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲਵਾਂਗੇ। ਇਹ ਤਾਂ ਵਰਦੀ ਹੈ ਪੰਜ ਕਕਾਰ। ਸਾਡੇ ਬੱਚੇ ਦੀ ਐਡਰੈਸ ਹੁੰਦੀ ਹੈ, ਸਕੂਲ ਵਿੱਚ ਪੜ੍ਹਨ ਜਾਂਦੇ ਨੇ, ਪੜ੍ਹਾਈ ਵੱਖਰੀ ਹੈ ਤੇ ਐਡਰੈਸ ਵੱਖਰੀ ਹੈ। ਐਡਰੈਸ ਪਾ ਕੇ ਬੱਚਾ ਕਹੇ ਮੈਂ ਪੜ੍ਹ ਗਿਆ, ਉਹ ਥੋੜੀ ਪੜ੍ਹਾਈ ਤਾਂ ਵੱਖਰੀ ਚੀਜ਼ ਹੈ। ਗੁਰੂ ਨਾਨਕ ਜੀ ਕਹਿੰਦੇ ਨੇ, ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਵਿਸਥਾਰ ਦੇ ਵਿੱਚ ਨਾ ਆਪਾਂ ਜਾਈਏ। ਗੁਰੂ ਨਾਨਕ ਜੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਔਖਾ ਹੈ ਮੁਸਲਮਾਨ ਕਦੋਂ? ਮੁਸਲਮਾਨ ਬਣਨਾ ਬੜਾ ਔਖਾ ਹੈ, ਬੜਾ ਮੁਸ਼ਕਲ ਹੈ। ਕਹਿੰਦੇ ਨਹੀਂ ਜੀ ਅਸੀਂ ਤਾਂ ਸੱਚੇ ਮੁਸਲਮਾਨ ਆ। ਹੁਣ ਆਪਾਂ ਕਿਤੇ ਥੋੜੀ ਕਹਾਉਣੇ ਵੀ ਅਸੀਂ ਸੱਚੇ ਸਿੱਖ ਨਹੀਂ, ਆਪਾਂ ਤਾਂ ਕਹਾਂਗੇ ਵੀ ਅਸੀਂ ਤਾਂ ਸੱਚੇ ਸਿੱਖ ਹਾਂ। ਸੱਚੇ ਸਿੱਖ ਕਹਾਵਾਂਗੇ। ਤੇ ਗੁਰੂ ਨਾਨਕ ਜੀ ਨੂੰ ਫਿਰ ਕਾਜੀ ਮੁੱਲਾ ਨੇ ਜ਼ੋਰ ਪਾਉਣ ਲੱਗੇ। ਕਹਿੰਦੇ ਬਈ ਤੁਸੀਂ ਸਾਡੇ ਦਾਇਰੇ ਵਿੱਚ ਆ ਜਾਓ, ਇਸਲਾਮ ਦੇ ਦਾਇਰੇ ਵਿੱਚ ਆ ਜਾਓ, ਮੁਸਲਮਾਨ ਬਣ ਜਾਓ। ਗੁਰੂ ਨਾਨਕ ਜੀ ਕਹਿੰਦੇ ਮੁਸਲਮਾਨ ਬਣ ਕੇ ਫਿਰ ਕੀ ਹੋਏਗਾ? ਕਹਿੰਦੇ ਜੀ ਬਹੁਤ ਕਿਰਪਾ ਹੁੰਦੀ ਹੈ, ਖੁਦਾ ਦੀ ਬਖਸ਼ਿਸ਼ ਹੁੰਦੀ ਹੈ। ਮੇਰੀ ਨਜ਼ਰ ਦੇ ਵਿੱਚ ਹਿੰਦੂ ਵੀ ਮੁਸਲਮਾਨ ਵੀ ਇੱਕੋ ਹੀ ਨੇ ਸਾਰੇ। ਮੈਂ ਆਪਣੀ ਨਜ਼ਰ ਨਾਲ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਨਹੀਂ ਦੇਖਦਾ। ਮੇਰੀ ਨਜ਼ਰ ਵਿੱਚ ਸਾਰੇ ਖੁਦਾ ਦੇ, ਰੱਬ ਦੇ, ਭਗਵਾਨ ਦੇ ਪੈਦਾ ਕੀਤੇ ਹੋਏ ਬੰਦੇ ਨੇ। ਕਹਿੰਦੇ ਅੱਛਾ ਤੁਹਾਡੀ ਨਜ਼ਰ ਵਿੱਚ ਹਿੰਦੂ ਮੁਸਲਮਾਨ 'ਚ ਕੋਈ ਫਰਕ ਨਹੀਂ? ਗੁਰੂ ਨਾਨਕ ਜੀ ਕਹਿੰਦੇ ਕੋਈ ਫਰਕ ਨਹੀਂ। ਕਹਿੰਦੇ ਫਿਰ ਚਲੋ ਮਸਜਿਦ ਵਿੱਚ ਸਾਡੇ ਨਾਲ ਚੱਲ ਕੇ ਤੁਸੀਂ ਨਵਾਜ਼ ਪੜ੍ਹੋ। ਗੁਰੂ ਨਾਨਕ ਜੀ ਕਹਿੰਦੇ ਚਲੋ ਵਗ ਚੱਲਦੇ ਆ, ਪੜ੍ਹ ਲੈਂਦੇ ਆ ਨਵਾਜ਼ ਤੁਹਾਡੇ ਨਾਲ ਚੱਲ ਕੇ। ਜਦੋਂ ਗੁਰੂ ਨਾਨਕ ਜੀ ਨੇ ਕਿਹਾ ਖੁਸ਼ ਹੋ ਗਏ ਸਾਰੇ। ਸ਼ਹਿਰ ਦੇ ਵਿੱਚ ਰੌਲਾ ਪੈ ਗਿਆ। ਕਹਿੰਦੇ ਮੋਦੀ ਨਾਨਕ ਮਸਜਿਦ ਵਿੱਚ ਜਾਏਗਾ, ਨਵਾਜ਼ ਪੜ੍ਹੇਗਾ ਕਾਜ਼ੀਆਂ ਦੇ ਨਾਲ ਤੇ ਮੁਸਲਮਾਨ ਬਣ ਜਾਏਗਾ। ਭੱਜਿਆ ਭੱਜੇ ਲੋਕ ਹਿੰਦੂ ਭਾਈਚਾਰੇ ਦੇ ਬੇਬੇ ਨਾਨਕੀ ਕੋਲ ਆਉਂਦੇ ਨੇ, ਭਾਈਆ ਜੀ ਜੈ ਰਾਮ ਜੀ ਦੇ ਕੋਲ ਆਉਂਦੇ ਨੇ ਵੀ ਨਾਨਕ ਚੱਲੇ ਮਸੀਤੇ, ਮੁਸਲਮਾਨ ਬਣ ਜਾਏਗਾ। ਬੇਬੇ ਨਾਨਕੀ ਜੀ ਧੀਰਜ ਦਿੰਦੇ ਨੇ, ਕਹਿੰਦੇ ਨਹੀਂ, ਉਹਨਾਂ ਨੂੰ ਭਰਮਾ ਕੌਣ ਸਕਦਾ? ਉਹ ਤਾਂ ਆਪ ਵਾਹਿਗੁਰੂ ਦਾ ਰੂਪ ਨੇ, ਖੁਦਾ ਦਾ। ਇਹ ਕੋਈ ਕੌਤਕ ਹੈ ਉਹਨਾਂ ਦਾ? ਜਦੋਂ ਨਤੀਜਾ ਸਾਹਮਣੇ ਆਏਗਾ ਫਿਰ ਦੇਖਿਓ। ਚਲੋ ਜੀ ਗੁਰੂ ਨਾਨਕ ਜੀ ਚਲੇ ਗਏ, ਮਸਜਿਦ ਵਿੱਚ ਚਲੇ ਗਏ। ਦੌਲਤ ਖਾਨ ਵੀ ਚਲਿਆ ਗਿਆ ਜੁਮੇ ਦੀ ਨਮਾਜ਼ ਪੜ੍ਹਨ। ਕਾਜੀ ਮੁੱਲਾ ਸਾਹਿਬ ਬਹੁਤ ਲੋਕ ਚਲੇ ਗਏ ਵੀ ਨਾਨਕ ਜੀ ਨਮਾਜ਼ ਪੜ੍ਹਨਗੇ, ਮੁਸਲਮਾਨ ਹੋ ਜਾਣਗੇ। ਐ ਲੈਣ ਵਿੱਚ ਖਲੋਗੇ ਜਿਵੇਂ ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਨੇ, ਕੋਡੇ ਸਿੱਧੇ ਆਪਣਾ ਹੁੰਦੇ ਨੇ। ਜਿਵੇਂ ਆਪਾਂ ਜਦੋਂ ਅਰਦਾਸ ਕਰਕੇ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਆਪਾਂ ਵੀ ਉਵੇਂ ਮੱਥਾ ਟੇਕ ਕੇ ਖੜੇ ਹੁੰਦੇ ਆ। ਤੇ ਇਦਾਂ ਹੀ ਉਹ ਭਰਾ ਇਸਲਾਮ ਵਾਲੇ ਕਰਦੇ ਨੇ। ਗੁਰੂ ਨਾਨਕ ਜੀ ਬਸ ਖੜੇ ਰਹੇ, ਜਿਵੇਂ ਉਹ ਕਰਦੇ ਸੀ ਉਦਾਂ ਨਹੀਂ ਕੀਤਾ, ਉਦਾਂ ਨਹੀਂ ਕੀਤਾ। ਜਦੋਂ ਵਿਹਲੇ ਹੋ ਗਏ ਨਾ ਨਵਾਜ਼ ਪੜ੍ਹ ਕੇ, ਕਾਜੀ ਦੌਲਤ ਖਾਨ ਨਵਾਬ ਸਾਰੇ ਲੋਕ ਬਹਿ ਗਏ ਆ ਕੇ। ਕਹਿੰਦੇ ਨਾਨਕ ਜੀ ਤੁਸੀਂ ਨਵਾਜ਼ ਤਾਂ ਪੜ੍ਹੀ ਨਹੀਂ ਸਾਡੇ ਨਾਲ ਨਵਾਜ਼ ਤਾਂ ਪੜ੍ਹੀ ਨਹੀਂ ਤੁਸੀਂ ਨੇ। ਗੁਰੂ ਨਾਨਕ ਜੀ ਕਹਿੰਦੇ ਮੈਂ ਨਵਾਜ਼ ਕਿਹਦੇ ਨਾਲ ਪੜ੍ਹਦਾ? ਕਾਜੀ ਕਹਿੰਦਾ ਮੇਰੇ ਨਾਲ। ਗੁਰੂ ਨਾਨਕ ਜੀ ਕਹਿੰਦੇ ਤੂੰ ਕਿਹੜਾ ਉਰੇ ਸੀ? ਤੂੰ ਤਾਂ ਹੈ ਹੀ ਨਹੀਂ ਸੀ ਉਰੇ, ਮੈਂ ਤੇਰੇ ਨਾਲ ਕਿਵੇਂ ਨਵਾਜ਼ ਪੜ੍ਹਦਾ? ਕਹਿੰਦੇ ਨਾਨਕ ਜੀ ਹੈ ਸੀ, ਮੈਂ ਕੋਲ ਤਾਂ ਖਲੋਤਾ ਸੀ ਤੁਹਾਡੇ। ਮਹਾਰਾਜ ਕਹਿੰਦੇ ਹੱਡਾਂ ਦਾ ਪਿੰਜਰਾ ਸੀ, ਤੂੰ ਕਦੋਂ ਸੀ? ਆਹ ਸਰੀਰ ਤਾਂ ਹੱਡਾਂ ਦਾ ਪਿੰਜਰਾ ਹੈ, ਤੂੰ ਤਾਂ ਆਪਣੇ ਘਰ ਘੋੜੀ ਦਾ ਬਸ਼ੇਰਾ। ਤੇਰੇ ਘਰ ਡੂੰਘਾ ਟੋਆ ਪੁੱਟਿਆ ਹੋਇਆ, ਤਾਜੀ ਸੂਈ ਘੋੜੀ ਹੈ ਤੇਰੇ ਘਰ, ਉਹਦਾ ਬਸ਼ੇਰਾ ਵੀ ਕਿਤੇ ਡਿੱਗ ਨਾ ਜਾਵੇ ਖੁੱਲਾ ਛੱਡ ਕੇ ਆਇਆ ਸੀ ਤੂੰ। ਸਰੀਰ ਤੇਰਾ ਮਸੀਤ ਵਿੱਚ ਖੜਾ ਸੀ ਤੇ ਸੁਰਤ ਤੇਰੀ ਉਹ ਬਸ਼ੇਰੇ ਨੂੰ ਮੋੜਦੀ ਫਿਰਦੀ ਸੀ। ਮੈਂ ਨਵਾਜ਼ ਕਿਹਦੇ ਨਾਲ ਪੜ੍ਹਦਾ? ਨਵਾਜ਼ ਕਿਹਦੇ ਨਾਲ ਪੜ੍ਹਦਾ? ਤੂੰ ਤਾਂ ਹਾਜ਼ਰ ਨਹੀਂ ਸੀ ਨਵਾਜ਼ ਦੇ ਸਮੇਂ।
ਕਾਜੀ ਹੈਰਾਨ ਹੋ ਗਿਆ ਵੀ ਹੱਦ ਹੋ ਗਈ, ਮੇਰੇ ਮਨ ਦਾ ਫੁਰਨਾ ਫੜ ਲਿਆ ਨਾਨਕ ਨੇ। ਬੜਾ ਹੈਰਾਨ ਹੋਇਆ। ਫਿਰ ਕਹਿਣ ਲੱਗਿਆ ਚਲੋ ਠੀਕ ਹੈ ਨਾਨਕ ਜੀ, ਮੈਂ ਨਹੀਂ ਸੀ ਹਾਜ਼ਰ, ਆ ਦੌਲਤ ਖਾਨ ਨਵਾਬ ਸਾਹਿਬ ਤਾਂ ਹੈਗੇ ਸੀ, ਨਵਾਬ ਸਾਹਿਬ ਤਾਂ ਖਲੋਤੇ ਸੀ ਤੁਹਾਡੇ ਨਾਲ, ਇਹਨਾਂ ਦੇ ਨਾਲ ਸ਼ਾਮਲ ਹੋ ਜਾਂਦੇ ਨਵਾਜ਼ ਦੇ ਵਿੱਚ। ਗੁਰੂ ਨਾਨਕ ਜੀ ਕਹਿੰਦੇ ਇਹ ਵੀ ਕਿੱਥੇ ਸੀ ਉਰੇ, ਨਵਾਬ ਉਰੇ ਕਿੱਥੇ ਸੀ, ਤੂੰ ਘਰੇ ਬਛੇਰੀ ਮੋੜਦਾ ਫਿਰਦਾ ਸੀ, ਇਹ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਨਵਾਬ ਕਹਿੰਦਾ ਹੱਦ ਹੋ ਗਈ, ਨਾਨਕ ਇੰਨਾ ਅੰਤਰਜਾਮੀ ਹੋ ਗਿਆ। ਸੱਚਮੁੱਚ ਖੜਾ ਸੀ ਮੈਂ ਨਵਾਜ਼ ਦੇ ਵਿੱਚ, ਤਨ ਮੇਰਾ ਸਰੀਰ ਮੇਰਾ, ਮੈਂ ਘੋੜੇ ਖਰੀਦਣੇ ਨੇ, ਲੋੜ ਹੈ ਘੋੜਿਆਂ ਦੀ। ਇਹ ਸੋਚ ਰਿਹਾ ਸੀ ਵੀ ਕਾਬਲ ਜਾਵਾਂ, ਬੰਦੇ ਭੇਜਾਂ, ਘੋੜੇ ਖਰੀਦ ਕੇ ਲਿਆਈਏ। ਪੜ੍ਹਦਾ ਸੀ ਨਵਾਜ਼, ਦਿਮਾਗ ਵਿੱਚ ਇਹ ਚੱਲ ਰਿਹਾ ਸੀ। ਗੁਰੂ ਨਾਨਕ ਜੀ ਨੇ ਉਹਦਾ ਵੀ ਫੁਰਨਾ ਫੜ ਲਿਆ। ਕਹਿੰਦੇ ਦੱਸੋ ਕਿਹਦੇ ਨਾਲ ਨਵਾਜ਼ ਪੜ੍ਹਦਾ ਮੈਂ? ਇਹਨਾਂ ਨਵਾਜ਼ਾਂ ਦੇ ਨਾਲ ਰੱਬ ਨਹੀਂ ਰੀਝਦਾ ਇਦਾਂ ਬਈ ਤਨ ਕਿਤੇ ਹੋਵੇ ਮਨ ਕਿਤੇ ਹੋਵੇ। ਤਾਂ ਹੀ ਤਾਂ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਆਪਾਂ ਨੂੰ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਦੋਂ ਵੀ ਬਾਣੀ ਪੜ੍ਹਨੀ ਹੈ, ਸਤਸੰਗ ਕਰਨਾ ਹੈ, ਨਾਮ ਜਪਣਾ ਹੈ, ਇਕਾਗਰ ਚਿੱਤ ਹੋ ਕੇ ਪੜ੍ਹਿਆ ਕਰੋ। ਕਹਿੰਦੇ ਇਕਾਗਰ ਚਿੱਤ ਹੋ ਕੇ ਪੜ੍ਹਿਆ ਕਰੋ। ਸਾਡਾ ਮਨ ਹਾਜ਼ਰ ਹੋਵੇ ਵਿਚਾਰ ਦੇ ਵਿੱਚ। ਜਦੋਂ ਅਸੀਂ ਨੇ ਸਤਸੰਗ ਦੇ ਵਿੱਚ ਆਉਣਾ ਹੈ, ਜਦੋਂ ਅਸੀਂ ਨਿਤਨੇਮ ਕਰਨਾ ਹੈ, ਜਦੋਂ ਅਸੀਂ ਕਥਾ ਸੁਣਨੀ ਹੈ, ਜਦੋਂ ਅਸੀਂ ਕਥਾ ਕਰਨੀ ਹੈ, ਸਾਡਾ ਮਨ ਹਾਜ਼ਰ ਹੋਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨਾ ਕਾਜੀ ਜੀ ਨਾ ਤੂੰ ਸੀ ਉਰੇ ਤੇ ਨਾ ਨਵਾਬ ਸੀ, ਕਿਹਦੇ ਨਾਲ ਨਵਾਜ਼ ਪੜ੍ਹਦਾ? ਕਹਿੰਦੇ ਜੀ ਸੱਚੀ ਗੱਲ ਹੈ, ਨਵਾਬ ਵੀ ਮੰਨ ਗਿਆ ਤੇ ਕਾਜੀ ਵੀ ਮੰਨ ਗਿਆ। ਨਾਨਕ ਜੀ ਅਸੀਂ ਹਾਰੇ ਤੁਸੀਂ ਜਿੱਤੇ। ਜਦੋਂ ਫਿਰ ਵਾਪਸ ਆਏ, ਇਹ ਗੱਲ ਫੈਲ ਗਈ ਸ਼ਹਿਰ ਦੇ ਵਿੱਚ। ਬੇਬੇ ਨਾਨਕੀ ਜੀ ਕਹਿੰਦੇ ਨੇ, ਕਹਿੰਦੇ ਦੇਖੋ ਇਹ ਕੌਤਕ ਸੀ ਉਹਨਾਂ ਦਾ, ਇਹਨੂੰ ਭਰਮਾਉਣਾ ਚਾਹੁੰਦੇ ਸੀ ਗੁਰੂ ਨਾਨਕ ਜੀ ਨੂੰ, ਪਰ ਗੁਰੂ ਨਾਨਕ ਜੀ ਨੂੰ ਕੌਣ ਭਰਮਾ ਸਕਦਾ ਹੈ? ਇਹ ਤਾਂ ਖੁਦ ਵਾਹਿਗੁਰੂ ਦਾ ਰੂਪ ਨੇ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਗਨ ਤੇ ਆਪ ਉਵਾਰਿਆ, ਸੰਤਨ ਪੈ ਆਪ ਉਦਾਹਰਨ ਆਇਓ। ਬੇਬੇ ਨਾਨਕੀ ਦਾ ਨਿਸ਼ਚਾ ਇਹ ਸੀ, ਮੇਰੇ ਕਰਤਾਰ ਨੇ ਨਾਨਕ ਦਾ ਰੂਪ ਧਾਰਿਆ, ਮੇਰੇ ਪਰਮੇਸ਼ਰ 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 ਨੇ ਨਾਨਕ ਦਾ ਰੂਪ ਧਾਰਿਆ, ਹੋ ਮੇਰੇ ਪਰਮੇਸ਼ਰ ਨੇ ਨਾਨਕ ਦਾ ਰੂਪ ਧਾਰਿਆ, ਮੇਰੇ ਪਰਮੇਸ਼ਰ ਨੇ ਨਾਨਕ ਦਾ ਰੂਪ ਧਾਰਿਆ, ਮੇਰੇ ਪਰਮੇਸ਼ਰ ਨੇ ਨਾਨਕ ਦਾ ਰੂਪ ਧਾਰਿਆ, 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 ਮੇਰੇ ਪਰਮੇਸ਼ਰ ਨੇ 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 ਨਾਨਕ ਦਾ ਰੂਪ ਧਾਰਿਆ, ਮੇਰੇ ਪਰਮੇਸ਼ਰ ਨੇ
ਨਾਨਕ ਦਾ ਰੂਪ ਧਾਰਿਆ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਸੰਤਨ ਪੈ ਆਪ ਉਦਾਹਰਨ ਆਇਓ, ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਵਾਰਿਆ। ਇਹ ਨਿਸ਼ਚਾ ਸੀ ਬੇਬੇ ਨਾਨਕੀ ਦਾ। ਸੋ ਉਹ ਚਾਹੁੰਦੇ ਸੀ ਨਾਨਕ ਨੂੰ ਭਰਮਾ ਕੇ ਇਸਲਾਮ ਦੇ ਵਿੱਚ ਲੈ ਆਵਾਂਗੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕੌਣ ਭਰਮਾ ਸਕਦਾ ਸੀ। ਇੱਦਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਰਹਿੰਦਿਆਂ ਬੇਅੰਤ ਕੌਤਕ ਕੀਤੇ। ਉਹਨਾਂ ਕੌਤਕਾਂ ਦੇ ਵਿੱਚੋਂ ਇੱਕ ਆਹ ਸਾਖੀ ਆਪਾਂ ਨੇ ਸਾਂਝੀ ਕੀਤੀ ਹੈ। ਆਓ ਹੁਣ ਆਪਾਂ ਵਿਸਥਾਰ ਵਿੱਚ ਨਾ ਜਾਈਏ। ਆਪ ਜੀ ਬਹੁਤ ਸਮੇਂ ਤੋਂ ਬੈਠੇ ਹੋ, ਸਾਰਿਆਂ ਦਾ ਧੰਨਵਾਦ। ਵੱਧ ਤੋਂ ਵੱਧ ਜੁੜਿਆ ਕਰੋ। ਜਦੋਂ ਗੁਰਪੁਰਬ ਹੁੰਦਾ ਹੈ ਤੇ ਸਤਸੰਗ ਦਾ ਸਮਾਂ ਤੁਸੀਂ ਰੱਖਦੇ ਹੋ ਤੇ ਵੱਧ ਗਿਣਤੀ ਦੇ ਵਿੱਚ ਭਾਈ, ਵੱਡੀ ਗਿਣਤੀ ਵਿੱਚ ਚੜ੍ਹ ਕੇ ਹਾਜ਼ਰੀ ਭਰਿਆ ਕਰੋ। ਸੋ ਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਅਵਤਾਰ ਪੁਰਬ ਦੀਆਂ ਆਪ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਤੇ ਕੱਲ ਨੂੰ 19 ਨਵੰਬਰ ਆਪਣੇ ਸਥਾਨ ਤੇ ਗੁਰਦੁਆਰਾ ਭਜਨਸਰ ਸਾਹਿਬ ਹਰੀਗੜ੍ਹ ਵਿਖੇ ਰਾਤ ਦਾ ਦੀਵਾਨ ਸਜਣੇ। ਕੱਲ ਨੂੰ 5 ਵਜੇ ਸ਼ਾਮ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ। 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਤੇ 7 ਤੋਂ 9 ਦੀਵਾਨ ਸਜਣਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹਨਾਂ ਨੂੰ ਖਾਸ ਬੇਨਤੀ ਹੈ ਕਿ ਕੋਈ ਮਾਈ ਭਾਈ ਵੀਰ ਬਜ਼ੁਰਗ ਅੰਮ੍ਰਿਤ ਛਕਣਾ ਚਾਹੁੰਦਾ ਹੋਵੇ, ਕੱਲ ਨੂੰ ਹਰੀਗੜ੍ਹ ਪਹੁੰਚ ਕੇ ਤੁਸੀਂ ਅੰਮ੍ਰਿਤ ਛਕ ਸਕਦੇ ਹੋ। ਸੋ ਬਾਕੀ ਜਿਨ੍ਹਾਂ ਦੇ ਕੋਲੇ ਸਮਾਂ ਹੋਵੇ ਦੀਵਾਨ ਵਿੱਚ ਵੀ ਹਾਜ਼ਰੀ ਭਰੋ। ਆਪ ਜੀ ਸਾਰਿਆਂ ਦਾ ਧੰਨਵਾਦ। ਬਾਬਾ ਗੁਰਜੰਟ ਸਿੰਘ ਜੀ ਕਈਆਂ ਦਿਨਾਂ ਤੋਂ ਇਹਨਾਂ ਦੇ ਨਾਲ ਚੱਲਦੀ ਸੀ ਗੱਲਬਾਤ ਵੀ ਆਇਓ, ਪਹੁੰਚਿਓ, ਪ੍ਰੋਗਰਾਮ ਆਪਾਂ ਰੱਖਿਆ ਆਵਾਂਗੇ, ਪਰ ਇਹਨਾਂ ਕੋਲੋਂ ਆ ਨਹੀਂ ਹੋਇਆ। ਸੋ ਅਸੀਂ ਹੁਣ ਬੇਨਤੀ ਕਰਾਂਗੇ ਵੀ ਤੁਸੀਂ ਤਾਂ 11 ਵਜੇ ਨੂੰ ਫ੍ਰੀ ਹੋ ਜਾਣਾ, ਸਵੇਰੇ ਭੋਗ ਪਾ ਕੇ ਤੇ ਸ਼ਾਮ ਨੂੰ ਬਣਾਇਓ ਸਮਾਂ, ਜ਼ਰੂਰ ਆਇਓ। ਸਾਰਿਆਂ ਦਾ ਧੰਨਵਾਦ ਜੀ। ਤੇ ਮਹਾਰਾਜ ਕਿਰਪਾ ਕਰਨ, ਮਿਹਰ ਕਰਨ। ਗੁਰਪੁਰਬ ਮਨਾਉਣਾ ਕੀ ਹੈ? ਅਸੀਂ ਆਪਣੇ ਮਨ ਨੂੰ ਮਨਾਉਣਾ ਹੈ। ਬਹੁਤ ਵਿਚਾਰਾਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਅਸੀਂ ਨੇ ਸੁਣਨੀਆਂ ਚਾਹੀਦੀਆਂ ਨੇ। ਗੁਰਸਿੱਖ ਉਹ ਹੈ ਜਿਹੜਾ ਗੁਰੂ ਨਾਨਕ ਤੋਂ 10 ਗੁਰੂਆਂ ਤੇ ਭਰੋਸਾ ਰੱਖੇ, ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੇ, ਜਿਹੜਾ ਕਿਸੇ ਮੜੀ ਕਬਰ ਨੂੰ ਮੱਥਾ ਨਾ ਟੇਕੇ, ਜਿਹੜਾ ਖੰਡੇ ਦੀ ਪਹੁਲ ਲੈ ਕੇ ਅੰਮ੍ਰਿਤ ਧਾਰੀ ਹੋਵੇ। ਸਿੱਖ ਉਹ ਜਿਹੜਾ ਜਾਤ ਪਾਤ ਦਾ ਭਰਮ ਨਾ ਕਰੇ। ਸਿੱਖ ਦੀ ਕਹਿੰਦੇ ਜਾਤ ਨਾ ਪੁੱਛੇ। ਬਸ ਅਸੀਂ ਮਾਨਸਾਂ, ਸਾਰੇ ਮਾਨਸ ਹੀ ਜਾਤ ਹੈ ਸਾਡੀ। ਆ ਜਿਹੜੀਆਂ ਜਾਤਾਂ ਨੇ ਬਣਾਈਆਂ ਕਿੱਤੇ ਦੇ ਆਧਾਰ ਤੇ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ, ਜਿਨ ਕੀ ਲੇਖੇ ਪਤ ਪਵੈ, ਚੰਗੇ ਸੇਈ ਕੇ। ਆਨੰਦ ਸਾਹਿਬ ਪੜਾਂਗੇ ਆਪਾਂ 6 ਪੌੜੀਆਂ ਤੇ ਫਿਰ ਆਪਾਂ ਅਰਦਾਸ ਬੇਨਤੀ ਕਰਾਂਗੇ। ਸਤਿਗੁਰੂ ਕਿਰਪਾ ਮਿਹਰ ਕਰੇ। ਗੁਰੂ ਨਾਨਕ ਸਾਹਿਬ ਦਾ ਲਾਇਆ ਸਿੱਖੀ ਦਾ ਬੂਟਾ ਆਪਣੇ ਆਪਣੇ ਘਰਾਂ ਦੇ ਵਿੱਚ ਬੂਟੇ ਆ ਲਾਈਏ ਆਪਾਂ। ਦੂਜੇ ਬੂਟੇ ਲਾਉਣ ਵਾਸਤੇ ਤਾਂ ਬਹੁਤ ਲੋਕ ਜਾਗ ਪਏ ਨੇ, ਆਪਣੇ ਖੇਤਾਂ ਵਿੱਚ ਵੀ ਲਾਉਂਦੇ ਨੇ। ਕਈਆਂ ਦੇ ਬਜ਼ੁਰਗਾਂ ਦੀ ਡੈਥ ਜਦੋਂ ਹੋ ਜਾਂਦੀ ਹੈ ਖੇਤ 'ਚ, ਉਹਦੇ ਨਾਂ ਤੇ ਆਪਣੇ ਬਜ਼ੁਰਗਾਂ ਦੇ ਬੂਟੇ ਲਾਉਂਦੇ ਨੇ, ਦਰਖਤ ਲਾਉਂਦੇ ਨੇ ਭਾਵ। ਪਰ ਆ ਗੁਰੂ ਨਾਨਕ ਦੀ ਸਿੱਖੀ ਦਾ ਬੂਟਾ ਜੇ ਘਰ ਵਿੱਚ ਲਾਉਂਗੇ ਨਾ, ਇਹਦਾ ਫਲ ਬੜਾ ਮਿੱਠਾ ਮਿਲਣਾ ਹੈ। ਗੁਰੂ ਨਾਨਕ ਦੀ ਸਿੱਖੀ ਦਾ ਬੂਟਾ। ਸਿੱਖੀ ਕੀ ਹੈ? ਸਿੱਖਿਆ, ਸਿੱਖੀ ਸਿੱਖਿਆ ਗੁਰ ਵਿਚਾਰ। ਇਹ ਸਿੱਖੀ ਦਾ ਬੂਟਾ ਲਾਈਏ। ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸੁੱਚੇ ਸਿੱਖ ਬਣੀਏ, ਅੰਮ੍ਰਿਤ ਛਕੀਏ, ਨਿਤਨੇਮੀ ਬਣੀਏ, ਨਸ਼ਿਆਂ ਦਾ ਤਿਆਗ ਕਰੀਏ, ਆਪਣਾ ਜੀਵਨ ਲੇਖੇ ਵਿੱਚ ਲਾਈਏ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਚੇਤੀ, ਮਨ ਵਜੀਆਂ ਵਧਾਈਆਂ। ਬਾਦ
ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾ ਬੋ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋਵੇ ਸਾਦੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿੰਨ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਲੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੜੇ ਸਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਤੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।